ਸਤਿ ਸ਼੍ਰੀ ਅਕਾਲ ਜੀ। ਤੁਸੀਂ ਦੇਖ ਰਹੇ ਹੋ ਪ੍ਰਾਈਮ ਏਸ਼ੀਆ ਟੀਵੀ। ਪ੍ਰਾਈਮ ਟਾਈਮ ਦੇ ਵਿੱਚ ਮੈਂ ਪਰਮਵੀਰ ਸਿੰਘ ਬਾਠ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ। ਅੱਜ ਦੇ ਪ੍ਰਾਈਮ ਟਾਈਮ ਦੇ ਵਿੱਚ ਆਉਣ ਵਾਲੀਆਂ ਲੋਕ ਸਭਾ ਚੋਣਾਂ ਦਾ ਆਪਾਂ ਲੇਖਾ ਜੋਖਾ ਕਰਨਾ, ਕਿਉਂਕਿ ਇਸ ਵੇਲੇ ਹਰ ਇੱਕ ਦੀ ਜ਼ੁਬਾਨ ਦੇ ਉੱਤੇ ਇੱਕੋ ਸਵਾਲ ਹੈ ਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ ਦੇ ਵਿੱਚ ਭਾਰਤ ਦੇ ਵਿੱਚ ਸਰਕਾਰ ਕਿਹਦੀ ਬਣੇਗੀ। ਕੀ ਭਾਰਤੀ ਜਨਤਾ ਪਾਰਟੀ ਲਗਾਤਾਰ ਤੀਸਰੀ ਵਾਰ ਦੇਸ਼ ਦੇ ਵਿੱਚ ਪੂਰਨ ਬਹੁਮਤ ਵਾਲੀ ਸਰਕਾਰ ਬਣਾ ਸਕੇਗੀ? ਕਿਉਂਕਿ ਭਾਰਤੀ ਜਨਤਾ ਪਾਰਟੀ ਦੇ ਲੀਡਰ ਸਮੇਤ ਪ੍ਰਧਾਨ ਮੰਤਰੀ ਮਾਣਯੋਗ ਨਰਿੰਦਰ ਮੋਦੀ ਸਾਹਿਬ ਉਹ ਕਹਿੰਦੇ ਕਿ ਅਬ ਕੀ ਬਾਰ 400 ਕੇ ਪਾਰ, ਕਿ ਜਾਣੀ ਕੁੱਲ 543 ਲੋਕ ਸਭਾ ਦੀਆਂ ਸੀਟਾਂ 'ਚੋਂ ਅਸੀਂ 400 ਸੀਟਾਂ ਜਿੱਤ ਲੈਣੀਆਂ ਤੇ ਵਿਰੋਧੀਆਂ ਦੇ ਹੱਥ 150 ਲੋਕ ਸਭਾ ਦੀਆਂ ਸੀਟਾਂ ਵੀ ਨਹੀਂ ਆਉਣੀਆਂ। ਜੇ ਇਹ ਸਥਿਤੀ ਬਣਦੀ ਹੈ ਤਾਂ ਪ੍ਰਚੰਡ ਬਹੁਮਤ ਹੋਏਗਾ। ਜੇ ਇਹ ਸਿਚੁਏਸ਼ਨ ਪੈਦਾ ਹੁੰਦੀ ਹੈ, ਸਥਿਤੀ ਬਣਦੀ ਹੈ, ਤਾਂ ਫਿਰ ਪਾਰਲੀਮੈਂਟ ਦੇ ਵਿੱਚ ਕਿਹੜਾ ਮਤਾ, ਕਿਹੜਾ ਕਾਨੂੰਨ ਕਿਸ ਹਿਸਾਬ ਦੇ ਨਾਲ ਪਾਸ ਕਰਾਉਣਾ, ਫਿਰ ਭਾਰਤੀ ਜਨਤਾ ਪਾਰਟੀ ਦੀ ਸੰਭਾਵੀ ਸਰਕਾਰ ਨੂੰ ਚੁਣੌਤੀ ਕੋਈ ਨਹੀਂ ਹੋਣੀ। ਵੈਸੇ ਵੀ ਰਾਜ ਸਭਾ ਦੇ ਵਿੱਚੋਂ ਭਾਰਤੀ ਜਨਤਾ ਪਾਰਟੀ ਨੂੰ ਦਿੱਕਤ ਆਉਂਦੀ ਸੀ, ਉਹ ਵੀ ਤਕਰੀਬਨ ਉਹਨਾਂ ਨੇ ਦੂਰ ਕਰ ਲਈ ਹੈ ਵੱਖ-ਵੱਖ ਸੂਬਿਆਂ ਦੇ ਵਿੱਚੋਂ ਆਪਣੇ ਰਾਜ ਸਭਾ ਦੇ ਮੈਂਬਰ ਜਿਤਾ ਕੇ। ਦੂਸਰੇ ਪਾਸੇ ਕੀ ਭਾਰਤੀ ਜਨਤਾ ਪਾਰਟੀ ਨੂੰ ਕਿਸੇ ਤਰ੍ਹਾਂ ਦੀ ਕੋਈ ਟੱਕਰ ਮਿਲ ਰਹੀ ਹੈ? ਭਾਰਤੀ ਜਨਤਾ ਪਾਰਟੀ ਨੂੰ ਟੱਕਰ ਕੌਣ ਦੇ ਸਕੇਗਾ? ਇੰਡੀਆ ਗੱਠਜੋੜ ਬਣਿਆ ਤੇ ਇੰਡੀਆ ਗੱਠਜੋੜ ਇਸੇ ਕਰਕੇ ਬਣਿਆ ਸੀ ਕਿ ਬੀਜੇਪੀ ਨੂੰ ਟੱਕਰ ਦਿੱਤੀ ਜਾ ਸਕੇ। ਵੈਸੇ ਆਪਾਂ ਬੀਜੇਪੀ ਨੂੰ NDA ਨੈਸ਼ਨਲ ਡੈਮੋਕ੍ਰੈਟਿਕ ਅਲਾਇੰਸ ਵੀ ਕਹਿ ਸਕਦੇ ਹਾਂ। ਜਿੱਦਾਂ ਇੰਡੀਆ ਗੱਠਜੋੜ ਦੇ ਵਿੱਚ ਬਹੁਤ ਸਾਰੀਆਂ ਸਿਆਸੀ ਪਾਰਟੀਆਂ ਨੇ, ਉਸੇ ਤਰੀਕੇ NDA ਦੇ ਵਿੱਚ ਵੀ 35 ਤੋਂ ਵੱਧ ਸਿਆਸੀ ਪਾਰਟੀਆਂ ਨੇ। ਪਰ ਇਹ ਗੱਲ ਸਾਰੇ ਜਾਣਦੇ ਆ ਕਿ ਉਹਨਾਂ ਛੋਟੀਆਂ ਪਾਰਟੀਆਂ ਦੀ ਬਹੁਤੀ ਸਿਆਸੀ ਹੈਸੀਅਤ ਨਹੀਂ। ਖੁਦ ਪ੍ਰਧਾਨ ਮੰਤਰੀ ਸਾਹਿਬ ਜਦੋਂ ਕਹਿੰਦੇ ਆ ਕਿ ਬੀਜੇਪੀ 370 ਸੀਟਾਂ ਜਿੱਤੂ ਤੇ NDA 400 ਤੋਂ ਪਾਰ ਜਾਊ, ਇਹਦਾ ਮਤਲਬ ਹੈ ਕਿ ਭਾਰਤੀ ਜਨਤਾ ਪਾਰਟੀ ਦੇ ਆਪਣੇ ਨੇਤਾ ਵੀ ਇਹ ਗੱਲ ਚੰਗੇ ਤਰੀਕੇ ਜਾਣਦੇ ਆ ਕਿ ਉਹਨਾਂ ਦੀਆਂ ਸਹਿਯੋਗੀ ਪਾਰਟੀਆਂ ਜਿਹੜੀਆਂ ਨੇ ਉਹ 30 ਤੋਂ ਵੱਧ ਸੀਟਾਂ ਸ਼ਾਇਦ ਨਾ ਲੈ ਸਕਣਗੇ। ਹੁਣ ਜੇ 370 ਬੀਜੇਪੀ ਜਿੱਤਦੀ ਹੈ, 30 ਸੀਟਾਂ ਉਹਨਾਂ ਦੇ ਸਹਿਯੋਗੀ ਜਿੱਤਦੇ ਆ, ਤਾਂ ਫਿਰ ਬਾਕੀਆਂ ਦੇ ਪੱਲੇ ਤਾਂ ਕੁਝ ਵੀ ਨਾ ਰਿਹਾ। ਟੱਕਰ ਕਿਹਨੇ ਦੇਣੀ ਹੈ? ਇੰਡੀਆ ਗੱਠਜੋੜ ਨੇ। ਇੰਡੀਆ ਗੱਠਜੋੜ ਜਿਹਦੇ ਵਿੱਚੋਂ ਬਹੁਤ ਸਾਰੇ ਖਿਡਾਰੀ ਭਾਰਤੀ ਜਨਤਾ ਪਾਰਟੀ ਨੇ ਤੋੜ ਲਏ। ਜਯੰਤ ਚੌਧਰੀ ਤੋੜ ਲਿਆ ਯੂਪੀ ਤੋਂ, ਨਿਤਿਸ਼ ਕੁਮਾਰ ਤੋੜ ਲਿਆ ਬਿਹਾਰ ਤੋਂ। ਇੱਕ ਤਾਂ ਇਹ ਇੰਡੀਆ ਗੱਠਜੋੜ ਦੇ ਲਈ ਧੱਕਾ ਸੀ, ਤੇ ਦੂਸਰਾ ਕਈ ਸੂਬਿਆਂ ਦੇ ਵਿੱਚ ਅਜੇ ਵੀ ਇੰਡੀਆ ਗੱਠਜੋੜ ਆਪਣੀ ਤਾਲਮੇਲ ਵਾਲੀ ਰਫ਼ਤਾਰ ਤੇਜ਼ ਨਹੀਂ ਕਰ ਸਕਿਆ। ਇਸ ਕਰਕੇ ਵੀ ਕਿਤੇ ਨਾ ਕਿਤੇ ਰੌਲਾ ਜਿਹੜਾ ਉਹ ਹੈਗਾ। ਪਰ ਇਸ ਵੇਲੇ ਸਥਿਤੀ ਕੀ ਹੈ? ਲੋਕ ਸਭਾ ਚੋਣਾਂ ਦਾ ਐਲਾਨ ਹੋਣ ਦੇ ਵਿੱਚ ਵੱਧ ਤੋਂ ਵੱਧ 15 ਦਿਨ ਬਾਕੀ ਨੇ। ਹੁਣ ਨੂੰ ਭਾਵੇਂ ਭਲਕੇ ਹੋ ਜਾਣ ਲੋਕ ਸਭਾ ਦੀਆਂ ਚੋਣਾਂ ਦਾ ਐਲਾਨ, ਤੇ ਜਦੋਂ ਵੱਧ ਤੋਂ ਵੱਧ 15 ਦਿਨ ਬਾਕੀ ਨੇ, ਤਾਂ ਫਿਰ ਕੀ ਇੰਡੀਆ ਗੱਠਜੋੜ ਇੰਨਾ ਸਮਰੱਥ ਹੋ ਚੁੱਕਾ ਹੈ ਕਿ ਬੀਜੇਪੀ ਨੂੰ ਟੱਕਰ ਦੇ ਸਕੇ? ਕੁੱਲ 543 ਲੋਕ ਸਭਾ ਦੀਆਂ ਸੀਟਾਂ 'ਚੋਂ ਜੇ 272 ਸੀਟਾਂ ਕਿਸੇ ਨੂੰ ਮਿਲਦੀਆਂ, ਉਹਦੀ ਸਰਕਾਰ ਬਣਦੀ ਹੈ ਪੂਰਨ ਬਹੁਮਤ। ਤੇ ਹੁਣ ਪਿਛਲੇ 20 ਕੁ ਦਿਨਾਂ ਤੋਂ ਇੰਡੀਆ ਗੱਠਜੋੜ ਨੇ ਭੋਰਾ ਰਫ਼ਤਾਰ ਫੜੀ ਹੈ। ਉਹਨਾਂ ਨੇ ਥੋੜ੍ਹਾ ਜਿਹਾ ਨੁਕਸਾਨ ਆਪਣਾ ਘੱਟ ਕਰਨ ਦਾ ਯਤਨ ਕੀਤਾ ਹੈ, ਤੇ ਇਸ ਵੇਲੇ 296 ਲੋਕ ਸਭਾ ਸੀਟਾਂ ਤੇ ਇੰਡੀਆ ਗੱਠਜੋੜ ਦੀਆਂ ਧਿਰਾਂ ਦਾ ਆਪਸ ਦੇ ਵਿੱਚ ਸਮਝੌਤਾ ਹੋ ਚੁੱਕਾ ਹੈ। ਕੋਸ਼ਿਸ਼ ਇੰਡੀਆ ਗੱਠਜੋੜ ਦੀ ਇਹ ਸੀ ਕਿ 543 ਕੁੱਲ ਸੀਟਾਂ ਨੇ, ਘੱਟੋ ਘੱਟ 400 ਸੀਟਾਂ ਤੇ ਬੀਜੇਪੀ ਦੇ ਖਿਲਾਫ ਸਾਂਝੇ ਉਮੀਦਵਾਰ ਖੜੇ ਕੀਤੇ ਜਾਣ, ਜਾਂ ਬੀਜੇਪੀ ਦੀਆਂ ਵਿਰੋਧੀ ਧਿਰਾਂ ਦਾ ਇੱਕ ਸਾਂਝਾ ਉਮੀਦਵਾਰ ਖੜਾ ਕੀਤਾ ਜਾਵੇ। ਪਰ ਉਹ 400 ਸੀਟਾਂ ਤੇ ਨਹੀਂ, 296 ਸੀਟਾਂ ਤੱਕ ਸੀਮਤ ਹੋ ਕੇ ਰਹਿ ਗਏ। ਹੋ ਸਕਦਾ ਕਿ 15-20 ਸੀਟਾਂ ਦੇ ਉੱਤੇ ਦੁਬਾਰਾ ਸਮਝੌਤਾ ਹੋ ਜਾਏ, ਹੋ ਸਕਦਾ ਕਿ ਅਜੇ ਕੁਝ ਕੁ ਸੂਬਿਆਂ ਦੇ ਵਿੱਚ ਸੰਭਾਵਨਾ ਬਰਕਰਾਰ ਹੋਵੇ, ਪਰ ਅਜੇ ਇੰਡੀਆ ਗੱਠਜੋੜ ਦਾ ਦਾਇਰਾ 296 ਸੀਟਾਂ ਤੱਕ ਸੀਮਤ ਹੋ ਕੇ ਰਹਿ ਗਿਆ। ਇਹ ਗੱਲ ਕਲੀਅਰ ਹੋ ਚੁੱਕੀ ਹੈ ਕਿ ਭਾਰਤ ਦੀਆਂ 543 ਲੋਕ ਸਭਾ ਸੀਟਾਂ ਦੇ ਵਿੱਚੋਂ, ਲੋਕ ਸਭਾ ਦੀਆਂ, ਉਹਨਾਂ ਦੇ ਵਿੱਚੋਂ 296 ਸੀਟਾਂ ਤੇ ਇੰਡੀਆ ਗੱਠਜੋੜ ਦਾ ਸਾਂਝਾ ਜਾਂ ਇੱਕ ਉਮੀਦਵਾਰ ਉਹ ਭਾਰਤੀ ਜਨਤਾ ਪਾਰਟੀ ਦੇ ਕੈਂਡੀਡੇਟ ਦੇ ਖਿਲਾਫ ਚੋਣ ਲੜੇਗਾ। ਹੁਣ ਸਵਾਲ ਇਹ ਹੈ ਕਿ ਇਦਾਂ ਕਿਉਂ? ਬਾਕੀ ਥਾਵਾਂ ਦੇ ਉੱਤੇ ਇਹ ਗੱਲ ਕਿਉਂ ਨਹੀਂ ਬਣੀ? ਦੇਖੋ, ਇਹ ਗੱਲ ਇਹ ਹੈ, ਕੁੱਲ ਤਕਰੀਬਨ 82 ਸੀਟਾਂ ਐਸੀਆਂ ਨੇ ਲੋਕ ਸਭਾ ਦੀਆਂ ਜਿਨ੍ਹਾਂ ਸੂਬਿਆਂ ਦੇ ਵਿੱਚ ਇੰਡੀਆ ਗੱਠਜੋੜ ਸਾਂਝਾ ਉਮੀਦਵਾਰ ਖੜਾ ਕਰ ਸਕਦਾ ਸੀ, ਪਰ ਇਹਨਾਂ ਦੇ ਆਪਸੀ ਬਖਰੇਵਿਆਂ ਦੇ ਕਰਕੇ ਉਹ ਸਾਂਝੇ ਉਮੀਦਵਾਰ ਖੜੇ ਨਹੀਂ ਹੋ ਰਹੇ। 82 ਸੀਟਾਂ ਐਸੀਆਂ ਨੇ, ਤਾਂ ਜੇ ਉਹ 82 ਸੀਟਾਂ ਜਿਹੜੀਆਂ ਉਹਨਾਂ ਨੂੰ ਵੀ ਇਹ ਵਿੱਚ ਸ਼ਾਮਲ ਕਰ ਲੈਂਦੇ, ਤਾਂ ਫਿਰ ਗਿਣਤੀ ਤੁਸੀਂ ਦੇਖੋ ਕਿ ਕਿੱਥੇ ਤੱਕ ਪੜ ਜਾਣੀ ਸੀ। ਤਕਰੀਬਨ ਪੌਣੇ 400 ਸੀਟਾਂ ਦੇ ਉੱਤੇ ਇੰਡੀਆ ਗੱਠਜੋੜ ਦੇ ਸਾਂਝੇ ਉਮੀਦਵਾਰ ਜਿਹੜੇ ਉਹ ਹੋਣੇ ਸੀ, ਜਿਹੜੇ ਕਿ ਇਸ ਵੇਲੇ ਨਹੀਂ। ਹੁਣ ਉਹ 82 ਸੀਟਾਂ ਦਾ ਘਾਟਾ ਇੰਡੀਆ ਗੱਠਜੋੜ ਨੂੰ ਪਏਗਾ। ਉਹਨਾਂ 82 ਸੀਟਾਂ ਦੇ ਉੱਤੇ ਸਾਂਝਾ ਉਮੀਦਵਾਰ ਨਾ ਖੜਾ ਕਰਨ ਦਾ ਫਾਇਦਾ ਭਾਰਤੀ ਜਨਤਾ ਪਾਰਟੀ ਤੇ ਉਹਦੇ ਸਹਿਯੋਗੀਆਂ ਨੂੰ ਹੋਏਗਾ। ਹੁਣ ਇਹ 296 ਸੀਟਾਂ ਕਿਹੜੀਆਂ ਨੇ? ਕੀ ਉਹ 296 ਸੀਟਾਂ, ਕਿਉਂਕਿ ਇੱਕ ਸਵਾਲ ਹੋ ਸਕਦਾ
ਕਿ ਜੇ ਇਹਨਾਂ 296 ਸੀਟਾਂ ਦੇ ਉੱਤੇ ਬੀਜੇਪੀ ਦੇ ਖਿਲਾਫ ਕਾਂਗਰਸ ਦੀ ਅਗਵਾਈ ਵਾਲਾ ਕਹਿ ਲਓ ਇੰਡੀਆ ਗੱਠਜੋੜ ਸਾਂਝਾ ਉਮੀਦਵਾਰ ਖੜਾ ਕਰੇਗਾ ਤੇ ਕਿਸੇ ਦੇ ਵੀ ਮਨ ਦੇ ਵਿੱਚ ਸਵਾਲ ਹੋ ਸਕਦਾ ਕਿ ਠੀਕ ਹੈ ਫਿਰ ਬਈ 272 ਸੀਟਾਂ ਤਾਂ ਜਿੱਤਣ ਨੂੰ ਚਾਹੀਦੀਆਂ, ਬਹੁਮਤ ਲਈ ਚਾਹੀਦੀਆਂ, ਸਰਕਾਰ ਬਣਾਉਣ ਦੇ ਲਈ ਚਾਹੀਦੀਆਂ ਤੇ 296 ਸੀਟਾਂ ਦੇ ਉੱਤੇ ਤਾਂ ਅਗਲਿਆਂ ਨੇ ਸਾਂਝੇ ਉਮੀਦਵਾਰ ਖੜੇ ਕਰ ਦਿੱਤੇ ਆ। ਫਿਰ ਰੌਲਾ ਕਾਹਦਾ? ਰੌਲਾ ਹੈਗਾ ਉਮੀਦਵਾਰ ਹੀ ਸਾਂਝੇ ਖੜੇ ਹੋਏ ਆ, ਅਜੇ ਪ੍ਰਚਾਰ ਦਾ ਪਤਾ ਨਹੀਂ, ਅਜੇ ਰੈਲੀਆਂ ਦਾ ਪਤਾ ਨਹੀਂ, ਇਲੈਕਸ਼ਨ ਮੈਨੀਫੈਸਟੋ ਦਾ ਪਤਾ ਨਹੀਂ, ਅਜੇ ਉਮੀਦਵਾਰਾਂ ਦਾ ਪਤਾ ਨਹੀਂ, ਅਜੇ ਬਗਾਵਤਾਂ ਦਾ ਪਤਾ ਨਹੀਂ ਕਿ ਕੌਣ ਕਿੱਧਰਲੇ ਪਾਸੇ ਨੂੰ ਚਲੇ ਜਾਣਾ। ਇਸ ਕਰਕੇ 296 ਸੀਟਾਂ ਤੇ ਭਾਵੇਂ ਇੰਡੀਆ ਗੱਠਜੋੜ ਸਾਂਝੇ ਤੌਰ ਦੇ ਉੱਤੇ ਭਾਰਤੀ ਜਨਤਾ ਪਾਰਟੀ ਦੇ ਕੈਂਡੀਡੇਟਾਂ ਨੂੰ ਟੱਕਰ ਤਾਂ ਦੇਵੇਗਾ, ਪਰ ਜ਼ਰੂਰੀ ਥੋੜ੍ਹੀ ਹੈ ਜਿੱਤ ਜਾਣਾ। ਜਿੱਤ ਤਾਂ ਬਹੁਤ ਦੂਰ ਪਾਰ ਦੀ ਗੱਲ ਹੁੰਦੀ ਹੈ। ਇਸ ਕਰਕੇ ਉਹ ਕਿਹੜੇ ਸੂਬੇ ਨੇ ਜਿੱਥੇ ਇੰਡੀਆ ਗੱਠਜੋੜ ਮਜ਼ਬੂਤੀ ਦੇ ਨਾਲ ਭਾਰਤੀ ਜਨਤਾ ਪਾਰਟੀ ਨੂੰ ਟੱਕਰ ਦੇਵੇਗਾ, ਜਿੱਥੇ ਉਹ ਭਾਰਤੀ ਜਨਤਾ ਪਾਰਟੀ ਦੀ ਸੰਭਾਵੀ ਸਰਕਾਰ ਨੂੰ ਬਣਨ ਤੋਂ ਰੋਕੇਗਾ, ਤੇ ਉਹ ਕਿਹੜੇ ਸੂਬੇ ਨੇ ਜਿੱਥੇ ਇੰਡੀਆ ਗੱਠਜੋੜ ਰੋਕ ਸਕਦਾ ਸੀ ਭਾਰਤੀ ਜਨਤਾ ਪਾਰਟੀ ਨੂੰ, ਇਕਮੁੱਠ ਹੋ ਕੇ ਟੱਕਰ ਦੇ ਸਕਦਾ ਸੀ ਭਾਰਤੀ ਜਨਤਾ ਪਾਰਟੀ ਨੂੰ, ਪਰ ਉਹਨਾਂ ਸੂਬਿਆਂ ਦੇ ਵਿੱਚ ਇੰਡੀਆ ਗੱਠਜੋੜ ਦੀਆਂ ਭਾਈਵਾਲ ਧਿਰਾਂ ਦੀ ਆਪਸੀ ਫੁੱਟ ਉਹਨਾਂ ਨੂੰ ਇੱਕ ਨਹੀਂ ਹੋਣ ਦੇ ਰਹੀ। ਇਸ ਕਰਕੇ ਕਿਤੇ ਨਾ ਕਿਤੇ ਉਹਦਾ ਨੁਕਸਾਨ ਤਾਂ ਹੋਏਗਾ। ਤੇ ਨਾਲ ਉਹ ਕਿਹੜੇ ਸੂਬੇ ਨੇ ਜਿੱਥੇ ਇੰਡੀਆ ਗੱਠਜੋੜ ਟੱਕਰ ਦੇ ਹੀ ਨਹੀਂ ਸਕਦਾ ਬੀਜੇਪੀ ਨੂੰ, ਜਿੱਥੇ ਇੰਡੀਆ ਗੱਠਜੋੜ ਦੀਆਂ ਭਾਈਵਾਲ ਧਿਰਾਂ ਇੰਨੀਆਂ ਮਜ਼ਬੂਤ ਹੈ ਹੀ ਨਹੀਂ ਕਿ ਉਹ ਭਾਰਤੀ ਜਨਤਾ ਪਾਰਟੀ ਨੂੰ ਕਿਤੇ ਨਾ ਕਿਤੇ ਜਾ ਕੇ ਟੱਕਰ ਦੇ ਸਕਣ। ਸੋ ਲੱਖ ਰੁਪਏ ਦਾ ਸਵਾਲ ਇਹ ਕਿ ਅਪ੍ਰੈਲ ਤੇ ਮਈ ਮਹੀਨੇ ਦੇ ਵਿੱਚ ਸੰਭਾਵਨਾ ਹੈ ਲੋਕ ਸਭਾ ਦੀ ਚੋਣ ਹੋਣੀ ਹੈ। ਉਸ ਚੋਣ ਨੇ ਤੈਅ ਕਰਨਾ ਕਿ ਅਗਲੇ 5 ਸਾਲ ਭਾਰਤ ਦੇ ਉੱਤੇ ਰਾਜ ਕੌਣ ਕਰੇਗਾ, ਪ੍ਰਧਾਨ ਮੰਤਰੀ ਦੀ ਕੁਰਸੀ ਤੇ ਕੌਣ ਬੈਠੇਗਾ, ਕੈਬਨਿਟ ਦੇ ਵਿੱਚ ਕੌਣ ਹੋਏਗਾ, ਤੇ ਉਹਦੇ ਲਈ ਚੋਣਾਂ ਲੜਨੀਆਂ, ਉਹਦੇ ਲਈ ਟੱਕਰ ਦੇਣੀ ਹੈ। ਤੇ ਉਹ ਟੱਕਰ ਇੰਡੀਆ ਗੱਠਜੋੜ ਤੇ ਐਨਡੀਏ ਜਾਨੀ ਕਿ ਬੀਜੇਪੀ ਦੇ ਵਿਚਾਲੇ ਹੋਏਗੀ। ਪਿਛਲੇ ਦਿਨਾਂ 'ਚ ਜੋ ਕੁਝ ਘਟਿਆ ਵਾਪਰਿਆ ਉਹ ਇਹ ਦੱਸਦਾ ਕਿ ਬੀਜੇਪੀ ਇੰਡੀਆ ਗੱਠਜੋੜ ਨੂੰ ਤਾਰ-ਤਾਰ ਕਰਨ ਦੇ ਵਿੱਚ ਕੋਈ ਕਸਰ ਬਾਕੀ ਨਹੀਂ ਛੱਡ ਰਹੀ। ਲੜਾਈ ਹੈ ਭਾਈ, ਸਿਆਸਤ ਹੈ ਤੇ ਸਿਆਸਤ ਵਿੱਚ ਕੁਝ ਚੱਲਦਾ। ਪਹਿਲਾਂ ਆਪਾਂ ਬਿਹਾਰ ਦੇ ਵਿੱਚੋਂ ਨਿਤਿਸ਼ ਕੁਮਾਰ ਨੂੰ ਟੁੱਟਦੇ ਵੇਖਿਆ, ਝਟਕਾ ਸੀ ਇੰਡੀਆ ਗੱਠਜੋੜ ਦੇ ਲਈ। ਫਿਰ ਆਪਾਂ ਝਾਰਖੰਡ ਦਾ ਸਾਰਾ ਮਸਲਾ ਦੇਖਿਆ, ਉਹ ਵੀ ਝਟਕਾ ਸੀ। ਫਿਰ ਆਪਾਂ ਕਰਨਾਟਕ ਦੇ ਵਿੱਚੋਂ ਇੱਕ ਸਾਬਕਾ ਮੁੱਖ ਮੰਤਰੀ ਨੂੰ ਕਾਂਗਰਸ ਛੱਡ ਕੇ ਬੀਜੇਪੀ ਦੇ ਵਿੱਚ ਜਗਦੀਸ਼ ਸ਼ੈਟਰ ਨੂੰ ਸ਼ਾਮਲ ਹੁੰਦੇ ਵੇਖਿਆ। ਉਹਦੇ ਤੋਂ ਬਾਅਦ ਹਿਮਾਚਲ ਪ੍ਰਦੇਸ਼ ਦੇ ਵਿੱਚ ਆਪਾਂ ਦੇਖਿਆ ਕਿ ਕਾਂਗਰਸ ਦੇ 6 ਐਮਐਲਏ ਰਾਜ ਸਭਾ ਦੀ ਸੀਟ ਦੇ ਲਈ ਕ੍ਰਾਸ ਵੋਟਿੰਗ ਕਰਕੇ ਬੀਜੇਪੀ ਨੂੰ ਭੁਗਤਦੇ ਆ। ਸਰਕਾਰ ਖਤਰੇ ਦੇ ਵਿੱਚ ਆ ਗਈ। ਸੁਖਵਿੰਦਰ ਸਿੰਘ ਸੁੱਖੂ ਹੋਰਾਂ ਦੀ 3 ਆਜ਼ਾਦ ਐਮਐਲਏ ਜਿਹੜੇ ਪਹਿਲਾਂ ਕਾਂਗਰਸ ਪਾਰਟੀ ਦੇ ਨਾਲ ਸੀ, ਉਹ ਵੀ ਹਿਮਾਚਲ ਪ੍ਰਦੇਸ਼ ਦੇ ਵਿੱਚ ਬੀਜੇਪੀ ਦੇ ਪੱਖ 'ਚ ਭੁਗਤੇ ਆ। ਇਸ ਕਰਕੇ ਹਿਮਾਚਲ ਪ੍ਰਦੇਸ਼ ਦੇ ਵਿੱਚ ਵੀ ਧੱਕਾ ਲੱਗਾ। 6-7 ਸਮਾਜਵਾਦੀ ਪਾਰਟੀ ਦੇ ਐਮਐਲਏ ਉੱਤਰ ਪ੍ਰਦੇਸ਼ ਦੇ ਵਿੱਚ ਉਹ ਰਾਜ ਸਭਾ ਦੀ ਚੋਣ ਦੇ ਮੌਕੇ ਤੇ ਸਮਾਜਵਾਦੀ ਪਾਰਟੀ ਦੀ ਥਾਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਨੂੰ ਭੁਗਤੇ ਹੈ। ਕ੍ਰਾਸ ਵੋਟਿੰਗ ਹੋਈ ਹੈ ਤੇ ਸਾਰੀ ਦੀ ਸਾਰੀ ਕ੍ਰਾਸ ਵੋਟਿੰਗ ਭਾਰਤੀ ਜਨਤਾ ਪਾਰਟੀ ਦੇ ਪੱਖ 'ਚ ਹੋਈ ਹੈ। ਇਹਦਾ ਝਟਕਾ ਇੰਡੀਆ ਗੱਠਜੋੜ ਨੂੰ ਕਿਤੇ ਨਾ ਕਿਤੇ ਉੱਤਰ ਪ੍ਰਦੇਸ਼ ਦੀਆਂ ਸੀਟਾਂ ਤੇ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਵੀ ਲੱਗੂ। ਜਦੋਂ ਨਿਤਿਸ਼ ਕੁਮਾਰ ਰਾਸ਼ਟਰੀ ਜਨਤਾ ਦਲ ਤੇ ਕਾਂਗਰਸ ਨੂੰ ਛੱਡ ਕੇ ਬੀਜੇਪੀ ਦੇ ਵਿੱਚ ਗਏ ਆ, ਗੱਠਜੋੜ ਕੀਤਾ, ਸਰਕਾਰ ਦੁਬਾਰਾ ਬਣਾਈ ਹੈ, ਉਦੋਂ ਲਾਲੂ ਪ੍ਰਸਾਦ ਯਾਦਵ ਦੀ ਪਾਰਟੀ ਦੇ 3 ਐਮਐਲਏ ਟੁੱਟ ਕੇ ਨਿਤਿਸ਼ ਕੁਮਾਰ ਨੇ ਚਲੇ ਗਿਆ ਸੀ। ਹੁਣ 3 ਐਮਐਲਏ ਹੋਰ ਬਿਹਾਰ ਦੇ ਵਿੱਚ ਕਾਂਗਰਸ ਤੇ ਰਾਸ਼ਟਰੀ ਜਨਤਾ ਦਲ ਨੂੰ ਛੱਡ ਕੇ, ਲਾਲੂ ਪ੍ਰਸਾਦ ਯਾਦਵ ਨੂੰ ਛੱਡ ਕੇ ਉਹ ਭਾਰਤੀ ਜਨਤਾ ਪਾਰਟੀ ਜਾਂ ਨਿਤਿਸ਼ ਕੁਮਾਰ ਦੇ ਗੱਠਜੋੜ ਚਲੇ ਗਏ। ਉਹਨਾਂ ਦੇ ਵਿੱਚੋਂ 1 ਐਮਐਲਏ ਕਾਂਗਰਸ ਦਾ ਤੇ 2 ਐਮਐਲਏ ਲਾਲੂ ਪ੍ਰਸਾਦ ਯਾਦਵ ਦੀ ਪਾਰਟੀ ਦੇ ਨੇ। ਸੋ ਲਗਾਤਾਰ ਹਰ ਉਹ ਸੂਬਾ, ਜਿਨ੍ਹਾਂ ਸੂਬਿਆਂ ਦੇ ਵਿੱਚ ਕਿਤੇ ਨਾ ਕਿਤੇ ਵੀ ਭਾਰਤੀ ਜਨਤਾ ਪਾਰਟੀ ਨੂੰ ਲੱਗਦਾ ਹੈ ਕਿ ਸਾਨੂੰ ਸਿਆਸੀ ਮਜ਼ਬੂਤੀ ਚਾਹੀਦੀ ਹੈ, ਉਹ ਢੰਗ ਤਰੀਕਾ ਕਿਹੜਾ ਹੈ? ਉਹ ਦਲ ਬਦਲੀ ਕਰਾ ਕੇ ਹੈ, ਉਹ ਵਿਰੋਧੀਆਂ ਦੇ ਵਿੱਚ ਫੁੱਟ ਪੈ ਕੇ ਹੈ, ਜਾਂ ਆਪਣੀ ਪਾਰਟੀ ਦੇ ਨਾਲ ਲੋਕਾਂ ਨੂੰ ਜੋੜ ਕੇ। ਉਹ ਹਰ ਇੱਕ ਢੰਗ ਤਰੀਕਾ ਜਿਹੜਾ ਉਹ ਵਰਤ ਰਹੇ ਹੈ। ਉੜੀਸਾ ਦੇ ਵਿੱਚ ਤੁਸੀਂ ਦੇਖ ਲਓ, ਮੈਂ ਇਸ ਕਰਕੇ ਨਹੀਂ ਗੱਲ ਕਰ ਰਿਹਾ ਕਿਉਂਕਿ ਕਈ ਟਿੱਪਣੀਆਂ ਹੇਠਾਂ ਆਉਂਦੀਆਂ ਹੁੰਦੀਆਂ, ਤੁਸੀਂ ਤਾਂ ਭਾਈ ਬੀਜੇਪੀ ਦੀ ਸਰਕਾਰ ਬਣਾ ਕੇ ਬੈਠੇ ਹੋ ਨਾ। ਇਹ ਸਾਡਾ ਅਧਿਕਾਰ ਖੇਤਰ ਨਹੀਂ, ਇਹ ਵੋਟਰ ਦਾ ਅਧਿਕਾਰ ਖੇਤਰ ਹੈ। ਵੋਟਰ ਨੇ ਕਿਹਨੂੰ ਵੋਟ ਪਾਉਣੀ ਹੈ, ਕਿਹਨੂੰ ਵੋਟ ਨਹੀਂ ਪਾਉਣੀ। ਪਰ ਅਸੀਂ ਤਾਂ ਜੋ ਕੁਝ ਇਸ ਵੇਲੇ ਘਟ ਵਾਪਰ ਰਿਹਾ, ਜੋ ਕੁਝ ਭਾਰਤ ਦੀ ਰਾਜਨੀਤੀ ਦੇ ਵਿੱਚ ਹੋ ਰਿਹਾ, ਉਸ ਰਾਜਨੀਤੀ ਦੇ ਵਿੱਚ ਘਟ ਵਾਪਰ ਰਹੀਆਂ ਘਟਨਾਵਾਂ ਨੇ ਇਸ਼ਾਰੇ ਦੇਣੇ ਹੁੰਦੇ ਆ। ਉਹਨਾਂ ਘਟਨਾਵਾਂ ਨੇ ਗੱਲ ਅਗਲੇ ਪਾਸੇ ਨੂੰ ਤੋਰਨੀ ਹੁੰਦੀ ਹੈ ਕਿ ਹਾਲਾਤ ਕੀ ਨੇ, ਕਿਹੜੇ ਪਾਸੇ ਕੰਮ ਝੁਕਦਾ ਲੱਗਦਾ। ਉੜੀਸਾ ਦੇ ਵਿੱਚ ਨਵੀਨ ਪਟਨਾਇਕ ਇੱਕ ਵੱਡੇ ਲੀਡਰ ਨੇ। 2.5-3 ਦਹਾਕੇ ਹੋ ਗਏ ਲਗਾਤਾਰ ਉੜੀਸਾ ਦੇ ਵਿੱਚ ਉਹਨਾਂ ਦੀ ਸਰਕਾਰ ਹੈ। ਤੇ ਜਦੋਂ ਲਗਾਤਾਰ ਉੜੀਸਾ ਦੇ ਵਿੱਚ ਅਗਲਿਆਂ ਦੀ ਸਰਕਾਰ ਹੈ ਤਾਂ ਫਿਰ ਤੁਸੀਂ ਆਪੇ ਅੰਦਾਜ਼ਾ ਲਾ ਲਓ ਕਿ ਉਹਨਾਂ ਨੂੰ ਟੱਕਰ ਹੀ ਕੋਈ ਨਹੀਂ ਦੇ ਸਕਦਾ। ਪਰ ਹੁਣ ਉਹਨਾਂ ਦਾ ਪਹਿਲਾਂ ਤਾਂ ਬੀਜੂ ਜਨਤਾ ਦਲ ਦਾ ਇੱਕ ਐਮਐਲਏ ਟੁੱਟ ਕੇ ਬੀਜੇਪੀ ਦੇ ਵਿੱਚ ਗਿਆ। ਫਿਰ ਨਵੀਨ ਪਟਨਾਇਕ ਦਾ ਬੜਾ ਇੱਕ ਖਾਸ ਲੀਡਰ
ਜਿਹੜਾ ਕਿ ਬੀਜੂ ਜਨਤਾ ਦਲ ਦੇ ਸੰਸਥਾਪਕ ਲੀਡਰਾਂ ਦੇ ਵਿੱਚੋਂ ਇੱਕ ਹੈ, ਉਹ ਵੀ ਨਵੀਨ ਪਟਨਾਇਕ ਦਾ ਸਾਥ ਛੱਡ ਕੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਆ ਗਿਆ। 2 ਕਾਂਗਰਸ ਪਾਰਟੀ ਦੇ ਉੜੀਸਾ ਦੇ ਲੀਡਰ ਵੀ ਜਿਹੜੇ ਆ ਉਹ ਵੀ ਪੱਟ ਕੇ ਭਾਰਤੀ ਜਨਤਾ ਪਾਰਟੀ ਦੀ ਕਿਆਰੀ ਦੇ ਵਿੱਚ ਆ ਕੇ ਬਹਿ ਗਏ ਆ। ਸੋ ਤਕਰੀਬਨ ਹਰ ਇੱਕ ਸੂਬੇ ਚੋਂ ਯਤਨ ਭਾਰਤੀ ਜਨਤਾ ਪਾਰਟੀ ਦਾ ਇਹੀ ਹੈ ਕਿ ਜਿਹੜੇ ਲੀਡਰ ਦੇ ਮਗਰ 4 ਵੋਟਾਂ ਹੈਗੀਆਂ, ਆਪਾਂ ਲੋਕ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਉਸ ਲੀਡਰ ਨੂੰ ਆਪਣੇ ਪੱਖ ਦੇ ਵਿੱਚ ਲੈ ਆਈਏ, ਉਸ ਲੀਡਰ ਨੂੰ ਆਪਣੇ ਪੱਖ 'ਚ ਲਿਆ ਕੇ ਕਮਜ਼ੋਰੀਆਂ ਜਿਹੜੀਆਂ ਉਹ ਦੂਰ ਕਰ ਲਈਏ। ਇਹਦਾ ਫਾਇਦਾ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਬੀਜੇਪੀ ਨੂੰ ਕਿੰਨਾ ਕੁ ਹੋਏਗਾ, ਇਹਦਾ ਲਾਭ ਵੋਟਾਂ ਦੇ ਰੂਪ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਕਿੰਨਾ ਕੁ ਮਿਲੇਗਾ, ਇਹ ਵੀ ਗੱਲ ਵੇਖਣ ਵਾਲੀ ਹੋਏਗੀ। ਪਰ ਇਹ ਜਿੰਨੀਆਂ ਕੁ ਦਲ ਬਦਲੀਆਂ ਹੋ ਰਹੀਆਂ ਉਹਦੇ ਵਿੱਚੋਂ 90% ਬੀਜੇਪੀ ਵੱਲ ਨੂੰ ਹੋ ਰਹੀਆਂ, ਯਾਨੀ ਕਿ ਦੂਸਰੀਆਂ ਪਾਰਟੀਆਂ ਨੂੰ ਛੱਡ ਕੇ ਲੀਡਰ ਭਾਰਤੀ ਜਨਤਾ ਪਾਰਟੀ ਦੇ ਵੱਲ ਆ ਰਿਹਾ। ਉਹਦਾ ਕਿੰਨਾ ਕੁ ਲਾਭ ਮਿਲੇਗਾ ਇਹ ਤਾਂ ਵੋਟਾਂ ਦੀ ਗਿਣਤੀ ਦੱਸੇਗੀ, ਪਰ ਇੰਨਾ ਜ਼ਰੂਰ ਹੈ ਕਿ ਆਉਣ ਵਾਲੇ ਸਮੇਂ 'ਚ ਜੇ ਆਹੀ ਹਾਲਾਤ ਰਹੇ ਤਾਂ ਵਿਰੋਧੀ ਪਾਰਟੀਆਂ ਦੇ ਲਈ ਟਿਕਣਾ ਔਖਾ ਹੋ ਜੂ। ਹਾਂ, ਇੰਡੀਆ ਗੱਠਜੋੜ ਮੈਂ ਫਿਰ ਦੱਸ ਦਿਆਂ 543 ਸੀਟਾਂ ਤੇ ਤਾਂ ਨਹੀਂ, 296 ਸੀਟਾਂ ਤੇ ਇੰਡੀਆ ਗੱਠਜੋੜ ਦੇ ਵਿੱਚ ਸਹਿਮਤੀ ਬਣ ਗਈ ਹੈ ਕਿ ਅਸੀਂ ਸਾਂਝੇ ਤੌਰ ਦੇ ਉੱਤੇ ਬੀਜੇਪੀ ਨੂੰ ਟੱਕਰ ਦੇਣੀ ਹੈ। ਆਪਾਂ ਕੱਲੇ ਸੂਬੇ ਦਾ ਹਾਲ ਜਾਣਦੇ ਹਾਂ, ਕਿਹੜੇ ਸੂਬੇ ਦੇ ਵਿੱਚ ਇੰਡੀਆ ਗੱਠਜੋੜ ਇਕਜੁੱਟ ਹੈ, ਕਿੰਨੀਆਂ ਸੀਟਾਂ ਤੇ ਉਹਦਾ ਪ੍ਰਭਾਵ ਪਏਗਾ, ਤੇ ਆਪਾਂ ਇਸ ਗੱਲ ਦੇ ਵੱਲ ਵੀ ਸੰਕੇਤ ਕਰਾਂਗੇ ਕਿ ਕੀ ਸਾਂਝੇ ਤੌਰ ਦੇ ਉੱਤੇ ਇੰਡੀਆ ਗੱਠਜੋੜ ਉਹਨਾਂ ਸੂਬਿਆਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਪਛਾੜ ਸਕੇਗਾ ਜਾਂ ਅਜੇ ਵੀ ਚੁਣੌਤੀਆਂ ਵੱਡੀਆਂ ਨੇ। ਭਾਰਤੀ ਜਨਤਾ ਪਾਰਟੀ ਵਾਲੇ ਬਹੁਤ ਉਤਸ਼ਾਹਿਤ ਨੇ, ਬੜੇ ਯਕੀਨ ਦੇ ਵਿੱਚ ਨੇ ਕਿ ਸਰਕਾਰ ਤਾਂ ਸਾਡੀ ਬਣਨੀ ਹੈ। ਇੰਡੀਆ ਗੱਠਜੋੜ ਵਾਲੇ ਪਹਿਲਾਂ ਬਹੁਤ ਤੇਜ਼ ਰਫ਼ਤਾਰ ਨਾਲ ਚੱਲੇ, ਫਿਰ ਬਹੁਤ ਹੌਲੀ ਹੋ ਗਏ, ਕਿ ਬੰਦੇ ਟੁੱਟ ਗਏ, ਹੁਣ ਇੱਕ ਵਾਰ ਫਿਰ ਹਲਕੀ ਰਫ਼ਤਾਰ ਫੜ ਰਹੇ ਆ। ਤੇ ਉਸ ਰਫ਼ਤਾਰ ਦੇ ਵਿੱਚ ਉਹ ਬੀਜੇਪੀ ਨੂੰ ਕਿੰਨੀ ਕੁ ਟੱਕਰ ਦੇ ਸਕਣਗੇ, ਆਪਾਂ ਦਿੱਲੀ ਤੋਂ ਸ਼ੁਰੂ ਕਰਦੇ ਹਾਂ। ਬਹੁਤ ਸਭ ਤੋਂ ਵੱਡਾ ਰੌਲਾ ਇਹ ਸੀ ਕਿ ਕੀ ਕਾਂਗਰਸ ਤੇ ਆਮ ਆਦਮੀ ਪਾਰਟੀ ਇਕੱਠੀਆਂ ਹੋ ਕੇ ਚੋਣ ਲੜਨਗੀਆਂ, ਕਾਂਗਰਸ ਤੇ ਆਪ, ਕਿਉਂਕਿ ਦਿੱਲੀ, ਹਰਿਆਣਾ, ਗੁਜਰਾਤ, ਗੋਆ, ਪੰਜਾਬ, ਚੰਡੀਗੜ੍ਹ, ਘੱਟੋ ਘੱਟ 5 ਸੂਬੇ ਜਾਂ ਕੇਂਦਰ ਸ਼ਾਸਤ ਪ੍ਰਦੇਸ਼ ਯੂਨੀਅਨ ਟੈਰੀਟਰੀ ਉਹ ਐਸੇ ਸਨ ਜਿੱਥੇ ਆਮ ਆਦਮੀ ਪਾਰਟੀ ਤੇ ਕਾਂਗਰਸ ਪਾਰਟੀ ਦੇ ਕੋਲੇ 4 ਛਿੱਲੜ ਵੋਟਾਂ ਦੇ ਰੂਪ ਦੇ ਵਿੱਚ ਹੈਗੇ ਆ। ਚਲੋ ਕਈ ਗੱਲਾਂ ਬਾਤਾਂ ਹੋਈਆਂ, ਰੌਲੇ ਰੱਪੇ ਪਏ। ਆਮ ਆਦਮੀ ਪਾਰਟੀ ਦੇ ਡਾਕਟਰ ਸੰਦੀਪ ਪਾਠਕ ਨੇ ਤਾਂ ਇੱਕ ਦਿਨ ਇੱਦਾਂ ਦਾ ਵੀ ਬਿਆਨ ਦੇ ਦਿੱਤਾ ਸੀ ਕਿ ਹੁਣ ਬਹੁਤ ਗੱਲਬਾਤ ਹੋ ਗਈ ਹੈ, ਕਾਂਗਰਸ ਪਾਰਟੀ ਲੇਟ ਕਰ ਰਹੀ ਹੈ, ਹੁਣ ਨਹੀਂ ਫਿਰ ਅਸੀਂ ਗੱਠਜੋੜ ਕਰਨਾ। ਤੇ 5 ਦਿਨਾਂ ਦੇ ਅੰਦਰ ਗੱਠਜੋੜ ਦਾ ਐਲਾਨ ਹੋ ਗਿਆ। ਦਿੱਲੀ ਦੇ ਵਿੱਚ ਇਸ ਵੇਲੇ ਬਹੁਤ ਸਾਰੇ ਲੋਕਾਂ ਨੂੰ ਇਹ ਲੱਗਦਾ ਕਿ 4 ਸੀਟਾਂ 7 ਦੇ ਵਿੱਚੋਂ ਜਦੋਂ ਆਮ ਆਦਮੀ ਪਾਰਟੀ ਲੜ ਰਹੀ ਹੈ, 3 ਸੀਟਾਂ ਦੇ ਉੱਤੇ ਕਾਂਗਰਸ ਦੇ ਉਮੀਦਵਾਰ ਹੋਣਗੇ, ਤਾਂ ਫਿਰ ਤਾਂ ਭਾਈ ਇਹਨਾਂ ਨੇ ਭਾਰਤੀ ਜਨਤਾ ਪਾਰਟੀ ਨੂੰ ਠੋਕ ਵਜਾ ਕੇ ਟੱਕਰ ਦੇਣੀ ਹੈ। ਉਹ ਵੀ ਉਸ ਵੇਲੇ ਜਦੋਂ ਨਗਰ ਨਿਗਮ ਦੀ ਇਲੈਕਸ਼ਨ ਆਪ ਨੇ ਜਿੱਤੀ ਆ, ਜਦੋਂ ਦਿੱਲੀ ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚੋਂ 96-94% ਸੀਟਾਂ ਜਿਹੜੀਆਂ ਆਮ ਆਦਮੀ ਪਾਰਟੀ ਨੇ ਜਿੱਤੀਆਂ, ਤਾਂ ਫਿਰ ਭਾਈ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਜਦੋਂ ਸਾਥ ਹੋ ਜਾਊਗਾ ਤਾਂ ਫਿਰ ਭਾਰਤੀ ਜਨਤਾ ਪਾਰਟੀ ਨੂੰ ਟੱਕਰ ਕਿਵੇਂ ਨਹੀਂ ਦੇ ਸਕਣਗੇ। ਗੱਲ ਉੱਪਰੋਂ ਦੇਖਿਆ ਲੱਗਦਾ ਕਿ ਬਿਲਕੁਲ ਠੀਕ ਹੈ। ਹੁਣ ਜਦੋਂ 7 ਉਮੀਦਵਾਰ, ਇੱਕ ਪਾਸੇ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਸਾਂਝਾ ਉਮੀਦਵਾਰ ਹੋਏਗਾ ਦਿੱਲੀ ਦੀਆਂ ਸੀਟਾਂ ਤੇ, ਦੂਜੇ ਪਾਸੇ ਭਾਰਤੀ ਜਨਤਾ ਪਾਰਟੀ ਦੇ ਕੈਂਡੀਡੇਟ ਹੋਣਗੇ, ਜਾਣੀ ਕਿ ਕਾਂਗਰਸ ਤੇ ਆਮ ਆਦਮੀ ਪਾਰਟੀ ਦੀਆਂ ਵੋਟਾਂ ਜੁੜਨਗੀਆਂ, ਭਾਰਤੀ ਜਨਤਾ ਪਾਰਟੀ ਦੀਆਂ ਵੋਟਾਂ ਓਨੀਆਂ ਹੀ ਨੇ। ਬੀਜੇਪੀ ਨੂੰ ਬੜਾ ਫਾਇਦਾ ਹੋਣਾ ਸੀ ਦਿੱਲੀ ਦੇ ਵਿੱਚ ਜੇ ਭਾਰਤੀ ਜਨਤਾ ਪਾਰਟੀ ਦੇ ਮੁਕਾਬਲੇ ਕਾਂਗਰਸ ਦਾ ਉਮੀਦਵਾਰ ਅੱਡ ਹੁੰਦਾ, ਆਮ ਆਦਮੀ ਪਾਰਟੀ ਦਾ ਅੱਡ ਹੁੰਦਾ। ਮੈਂ ਦੂਸਰੇ ਸ਼ਬਦਾਂ 'ਚ ਇਹ ਵੀ ਕਹਿ ਦਿੰਦਾ ਕਿ ਜੋ ਕੁਛ ਇੰਡੀਆ ਗੱਠਜੋੜ ਦਿੱਲੀ 'ਚ ਕਰ ਸਕਦਾ ਸੀ ਉਹਨਾਂ ਨੇ ਕਰਤਾ। ਇਹ ਸਿਧਾਂਤਕ ਗੱਠਜੋੜ ਹੈ ਜਾਂ ਮੌਕਾ ਪ੍ਰਸਤੀ ਦਾ ਗੱਠਜੋੜ ਹੈ ਜਾਂ ਮੇਲ ਵਾਲਾ ਗੱਠਜੋੜ ਹੈ ਜਾਂ ਬੇਮੇਲ ਗੱਠਜੋੜ ਹੈ, ਇੱਕ ਵੱਖਰੀ ਗੱਲ ਹੈ। ਪਰ ਇਹ ਕੁਛ ਹੀ ਇੰਡੀਆ ਗੱਠਜੋੜ ਦਿੱਲੀ ਦੇ ਵਿੱਚ ਕਰ ਸਕਦਾ ਸੀ, ਉਹਨਾਂ ਨੇ ਕਰ ਲਿਆ। ਕਾਂਗਰਸ ਤੇ ਆਮ ਆਦਮੀ ਪਾਰਟੀ ਲੋਕਾਂ ਦੇ ਸਵਾਲਾਂ ਦੇ ਬਾਵਜੂਦ ਵੀ ਇਕੱਠੀਆਂ ਨੇ। ਹੁਣ ਕੋਈ ਵੀ ਬੰਦਾ ਕਹਿ ਸਕਦਾ, ਹੁਣ ਦੇਖਿਓ ਤੁਸੀਂ ਪਿਛਲੀਆਂ 1-2 ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਤਾਂ ਨਹੀਂ ਦਿੱਲੀ 'ਚ ਬੀਜੇਪੀ ਹਰੀ, ਪਰ ਐਤਕੀ हरू। ਪਰ ਮੈਂ ਤੁਹਾਨੂੰ 2019 ਤੇ ਲੈ ਕੇ ਚੱਲਦਾ। 2019 ਦੇ ਵਿੱਚ ਵੀ ਆਹੀ 7 ਲੋਕ ਸਭਾ ਹਲਕੇ ਸੀ, 7 ਦੇ 7 ਉਮੀਦਵਾਰ ਭਾਰਤੀ ਜਨਤਾ ਪਾਰਟੀ ਦੇ ਜਿੱਤੇ। ਨਾ ਆਮ ਆਦਮੀ ਪਾਰਟੀ ਨੂੰ ਕੋਈ ਸੀਟ ਲੱਭੀ ਤੇ ਨਾ ਲੱਭੀ ਕਾਂਗਰਸ ਨੂੰ। ਪਰ ਹੁਣ ਜੇ ਉਹ ਇਕੱਠੇ ਵੀ ਹੋ ਗਏ ਕਾਂਗਰਸ ਤੇ ਆਮ ਆਦਮੀ ਪਾਰਟੀ, ਅੰਕੜੇ ਇਹ ਕਹਿੰਦੇ ਆ ਕਿ ਪਿਛਲੀ ਵਾਰ 2019 'ਚ ਸਮੇਤ ਹੰਸਰਾਜ ਹੰਸ ਜਿਹੜੇ ਪੰਜਾਬ ਤੋਂ ਬੀਜੇਪੀ ਵਾਲੇ ਲੈ ਕੇ ਗਏ ਤੇ ਦਿੱਲੀ 'ਚੋਂ ਇਲੈਕਸ਼ਨ ਲੜਾਈ ਸੀ, ਬੀਜੇਪੀ ਦੇ 7 ਦੇ 7 ਮੈਂਬਰ ਪਾਰਲੀਮੈਂਟਾਂ ਨੂੰ ਉਹਨਾਂ ਦੇ ਆਪੋ ਆਪਣੇ ਹਲਕਿਆਂ ਦੇ ਵਿੱਚੋਂ ਜਿੰਨੀਆਂ ਕੁੱਲ ਵੋਟਾਂ ਪਈਆਂ ਸੀ, ਅੱਧਿਓਂ ਵਾਧੂ ਵੋਟਾਂ ਲੈ ਗਿਆ ਸੀ। ਕਿਸੇ ਨੂੰ 52% ਵੋਟਾਂ ਪਈਆਂ, ਕਿਸੇ ਨੂੰ 57, ਕਿਸੇ ਨੂੰ 60, ਕਿਸੇ ਨੂੰ 62%। ਮੇਰੇ ਕਹਿਣ ਦਾ ਭਾਵ ਹੈ ਕਿ ਜੇ ਲੋਕ ਪਿਛਲੀ ਵਾਰ ਦੇ ਮੁਤਾਬਕ ਹੀ ਵੋਟਾਂ ਪਾਉਂਦੇ ਆ ਤਾਂ ਕਾਂਗਰਸ ਤੇ ਆਮ ਆਦਮੀ ਪਾਰਟੀ ਦਾ ਗੱਠਜੋੜ ਹੋਣ ਦੇ ਬਾਵਜੂਦ ਵੀ ਭਾਰਤੀ ਜਨਤਾ ਪਾਰਟੀ ਦਾ ਦਿੱਲੀ ਦੀਆਂ 7 ਦੀਆਂ 7 ਲੋਕ ਸਭਾ ਸੀਟਾਂ ਦੇ ਵਿੱਚ ਹੱਥ ਉੱਪਰ ਰਹਿੰਦਾ, ਸਾਰੀਆਂ ਸੀਟਾਂ ਤੇ।
ਇੱਕ ਵੀ ਸੀਟ ਦਿੱਲੀ ਦੀਆਂ 7 ਸੀਟਾਂ 'ਚੋਂ ਐਸੀ ਨਹੀਂ ਜਿੱਥੇ ਪਿਛਲੀ ਵਾਰ 2019 ਦੇ ਵਿੱਚ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੀਆਂ ਜੇ ਵੋਟਾਂ ਜੋੜ ਵੀ ਲਈਏ ਤਾਂ ਉਹ ਬੀਜੇਪੀ ਦੇ ਉਮੀਦਵਾਰ ਤੋਂ ਅੱਗੇ ਨਹੀਂ ਸੀ ਨਿਕਲਦੇ, ਪਿੱਛੇ ਰਹਿੰਦੇ ਸੀ। ਇਸ ਕਰਕੇ ਭਾਵੇਂ ਦਿੱਲੀ ਦੇ ਵਿੱਚ ਇੰਡੀਆ ਗੱਠਜੋੜ ਇੱਕ ਹੈ, ਇਕਜੁੱਟਤਾ ਹੈ, ਪ੍ਰਚਾਰ ਵੀ ਮੈਨੂੰ ਲੱਗਦਾ ਸਾਂਝਾ ਕਰਨਗੇ। ਜੇ ਪ੍ਰੈਸ ਕਾਨਫਰੰਸਾਂ ਸਾਂਝੀਆਂ ਕਰ ਲਈਆਂ ਤਾਂ ਪ੍ਰਚਾਰ ਵੀ ਸਾਂਝਾ ਹੋ ਜਾਣਾ। ਪਰ ਇਹਦੇ ਬਾਵਜੂਦ ਵੀ ਜੇ ਕਿਸੇ ਨੂੰ ਭੁਲੇਖਾ ਹੈ ਕਿ ਹੁਣ ਤਾਂ ਬੀਜੇਪੀ ਗਈ ਬਈ, ਹੁਣ ਤਾਂ ਬੀਜੇਪੀ ਦਿੱਲੀ 'ਚ ਖੂੰਜੇ ਲੱਗ ਗਈ, ਇਦਾਂ ਦੀ ਗੱਲ ਕੋਈ ਨਹੀਂ। 2019 ਦਾ ਅੰਕੜਾ ਇਹ ਕਹਿੰਦਾ ਕਿ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਸਾਰਾ ਵੋਟ ਬੈਂਕ 'ਚ ਰਲਾ ਵੀ ਲਈਏ ਤਾਂ ਭਾਰਤੀ ਜਨਤਾ ਪਾਰਟੀ ਤੋਂ ਕਾਫੀ ਥੱਲੇ ਹੈ। ਇੱਕ ਤਾਂ ਇਹ ਚੁਣੌਤੀ। ਦੂਸਰਾ, ਫਿਰ ਆਉਂਦੇ ਆ ਥੱਲੇ ਹਰਿਆਣੇ 'ਚ। ਹਰਿਆਣੇ ਦੇ ਵਿੱਚ 10 ਲੋਕ ਸਭਾ ਦੀਆਂ ਸੀਟਾਂ ਨੇ ਤੇ 10 ਸੀਟਾਂ ਦੇ ਵਿੱਚੋਂ 9 ਦੇ ਉੱਤੇ ਕਾਂਗਰਸ ਨੇ ਚੋਣ ਲੜ ਰਹੀਆਂ ਤੇ ਇੱਕ ਸੀਟ ਕੁਰੂਕਸ਼ੇਤਰ ਵਾਲੀ ਉਹਨਾਂ ਨੇ ਆਮ ਆਦਮੀ ਪਾਰਟੀ ਲਈ ਛੱਡ ਦਿੱਤੀ ਹੈ। ਜਾਣੀ ਕਿ ਇੰਡੀਆ ਗੱਠਜੋੜ ਹਰਿਆਣੇ 'ਚ ਵੀ ਜੋ ਕੁਝ ਕਰ ਸਕਦਾ ਸੀ ਉਹਨਾਂ ਨੇ ਕਰ ਲਿਆ। ਸੂਬਾ ਲੀਡਰਸ਼ਿਪ ਭੁਪਿੰਦਰ ਸਿੰਘ ਹੁੱਡਾ ਦੀ ਉਹ ਬਹੁਤੀ ਹੱਕ 'ਚ ਨਹੀਂ ਸੀ ਕਿ ਆਪਾਂ ਆਮ ਆਦਮੀ ਪਾਰਟੀ ਦੇ ਨਾਲ ਗੱਠਜੋੜ ਕਰੀਏ, ਪਰ ਕੇਂਦਰੀ ਲੀਡਰਸ਼ਿਪ ਨੇ ਸਮਝਾ ਬੁਝਾ ਲਏ। ਹੁਣ ਉੱਥੇ ਭਾਰਤੀ ਜਨਤਾ ਪਾਰਟੀ ਦਾ ਜਨਨਾਇਕ ਪਾਰਟੀ ਦੇ ਨਾਲ ਗੱਠਜੋੜ ਹੈ, ਉਹਨਾਂ ਦੀਆਂ ਵੋਟਾਂ ਮਿਲਾ ਲਈਏ। ਇੱਕ ਪਾਸੇ ਓਮ ਪ੍ਰਕਾਸ਼ ਚੌਟਾਲੇ ਦੀ ਪਾਰਟੀ ਹੈ, ਤੀਸਰੇ ਪਾਸੇ ਬਹੁਜਨ ਸਮਾਜ ਪਾਰਟੀ ਹੈ। ਹੁਣ ਉੱਥੇ ਭਾਵੇਂ ਗੱਠਜੋੜ ਇੰਡੀਆ ਦਾ ਹੋ ਗਿਆ, ਆਮ ਆਦਮੀ ਪਾਰਟੀ ਤੇ ਕਾਂਗਰਸ ਇੱਕ ਹੋ ਗਈਆਂ, ਪਰ ਇਹਦੇ ਬਾਵਜੂਦ ਵੀ ਹਰਿਆਣੇ ਦੀਆਂ 10 ਲੋਕ ਸਭਾ ਸੀਟਾਂ 'ਚ ਜਿੱਥੇ ਭਾਰਤੀ ਜਨਤਾ ਪਾਰਟੀ ਤੇ ਜੇਜੇਪੀ ਦਾ ਇੱਕ ਉਮੀਦਵਾਰ ਹੋਏਗਾ ਸਾਂਝਾ, ਪਰ ਉਹਨਾਂ ਦੇ ਮੁਕਾਬਲੇ ਸਾਂਝਾ ਉਮੀਦਵਾਰ ਨਹੀਂ ਹੋਏਗਾ। ਉਹਨਾਂ ਦੇ ਮੁਕਾਬਲੇ ਠੀਕ ਹੈ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਉਮੀਦਵਾਰ ਸਾਂਝਾ ਹੋਏਗਾ, ਪਰ ਤੀਸਰਾ ਉਮੀਦਵਾਰ ਉੱਥੇ ਖੜਾ ਹੋਏਗਾ ਇੰਡੀਅਨ ਨੈਸ਼ਨਲ ਲੋਕ ਦਲ ਓਮ ਪ੍ਰਕਾਸ਼ ਚੌਟਾਲਾ ਦੀ ਪਾਰਟੀ ਦਾ। ਚੌਥਾ ਉਮੀਦਵਾਰ ਉੱਥੇ ਖੜਾ ਹੋਏਗਾ ਬਹੁਜਨ ਸਮਾਜ ਪਾਰਟੀ ਦਾ। ਹੋ ਸਕਦਾ ਕਿ ਕਿਤੇ ਨਾ ਕਿਤੇ ਪੰਜਵਾਂ ਉਮੀਦਵਾਰ ਵੀ ਕਿਸੇ ਸਥਾਨਕ ਪਾਰਟੀ ਦਾ ਜਾਂ ਕੋਈ ਆਜ਼ਾਦ ਬੰਦਾ ਖੜ ਜਾਏ। ਸੋ ਹਰਿਆਣੇ ਦੇ ਵਿੱਚ ਇੰਡੀਆ ਗੱਠਜੋੜ ਹੋਣ ਦੇ ਬਾਵਜੂਦ ਵੀ ਸਿੱਧਾ ਮੁਕਾਬਲਾ ਨਹੀਂ। ਇੰਡੀਆ ਗੱਠਜੋੜ ਕਾਂਗਰਸ ਤੇ ਆਪ ਦਾ ਹੋਣ ਦੇ ਬਾਵਜੂਦ ਵੀ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਦੀਆਂ ਵਿਰੋਧੀ ਵੋਟਾਂ 3, 4 ਜਾਂ 5 ਹਿੱਸਿਆਂ ਦੇ ਵਿੱਚ ਵੀ ਵੰਡੀਆਂ ਜਾਣਗੀਆਂ। ਇਸ ਗੱਲ ਦਾ ਘਾਟਾ ਤਾਂ ਪਏਗਾ, ਕਿਉਂਕਿ ਇੰਡੀਆ ਗੱਠਜੋੜ ਇਸ ਕਰਕੇ ਹੋਇਆ ਸੀ ਕਿ ਬੀਜੇਪੀ ਵਿਰੋਧੀ ਵੋਟਾਂ ਆਪਾਂ ਖਿੰਡਰਨ ਨਹੀਂ ਦੇਣੀਆਂ, ਭਾਜਪਾ ਵਿਰੋਧੀ ਵੋਟਾਂ ਆਪਾਂ ਵੰਡਣ ਨਹੀਂ ਦੇਣੀਆਂ। ਚਰਚਾ ਤਾਂ ਇਸ ਗੱਲ ਦੀ ਸੀ, ਪਰ ਅਜੇ ਜੇ ਚੌਟਾਲੇ ਇੰਡੀਆ ਗੱਠਜੋੜ ਤੋਂ ਬਾਹਰ ਨੇ, ਜੇ ਬਹੁਜਨ ਸਮਾਜ ਪਾਰਟੀ ਇੰਡੀਆ ਗੱਠਜੋੜ ਤੋਂ ਬਾਹਰ ਹੈ, ਤਾਂ ਫਿਰ ਕਿਤੇ ਨਾ ਕਿਤੇ ਐਂ ਲੱਗਦਾ ਕਿ ਭਾਜਪਾ ਦੇ ਉਮੀਦਵਾਰਾਂ ਦੇ ਮੁਕਾਬਲੇ ਘੱਟੋ ਘੱਟ 3 ਤੇ ਵੱਧ ਤੋਂ ਵੱਧ 5 ਉਮੀਦਵਾਰ ਹੋਰ ਹੋਣਗੇ ਤੇ ਵੋਟਾਂ ਖਿਲਰ ਜਾਣਗੀਆਂ। ਇਸ ਸਥਿਤੀ ਦੇ ਵਿੱਚ ਹਾਲਾਤ ਕਿੱਧਰ ਨੂੰ ਜਾਣਗੇ, ਕਿੱਧਰ ਨੂੰ ਨਹੀਂ ਜਾਣਗੇ, ਇਹ ਵੀ ਥੋੜ੍ਹਾ ਜਿਹਾ ਜਿਹੜਾ ਵੇਖਣ ਵਾਲੀ ਗੱਲ ਹੈ। ਹੁਣ ਆਪਾਂ ਚੱਲਦੇ ਹਾਂ ਗੁਜਰਾਤ ਦੇ ਵਿੱਚ। ਗੁਜਰਾਤ ਦੇ ਵਿੱਚ ਵੀ ਮੈਂ ਫਿਰ ਕਹਿਣਾ, ਇੰਡੀਆ ਗੱਠਜੋੜ ਵਾਲੇ ਜਿੰਨੀ ਕੁ ਸਿਆਣਪ ਵਰਤ ਸਕਦੇ ਸੀ, ਜਿੰਨਾ ਕੁ ਗੱਠਜੋੜ ਕਰ ਸਕਦੇ ਸੀ, ਉਹਨਾਂ ਨੇ ਉੱਥੇ ਕਰ ਲਿਆ। ਕਿਉਂਕਿ ਉੱਥੇ ਬਹੁਤੀਆਂ ਧਿਰਾਂ ਦੀ ਪ੍ਰਸੰਗਿਕਤਾ ਨਹੀਂ। ਇੱਕ ਭਾਜਪਾ ਹੈ, ਦੂਸਰੀ ਕਾਂਗਰਸ ਹੈ ਤੇ ਤੀਸਰੀ ਆਪ ਹੈ। ਠੀਕ ਹੈ, ਬਹੁਜਨ ਸਮਾਜ ਪਾਰਟੀ ਕੋਲ ਉੱਥੇ 4 ਵੋਟਾਂ ਹੈਗੀਆਂ, ਉੱਥੇ ਖੱਬੇ ਪੱਖੀਆਂ ਕੋਲ ਵੀ 4 ਵੋਟਾਂ ਹੈਗੀਆਂ। ਹੋ ਸਕਦਾ ਕਿ ਵੈਸੀ ਸਾਹਿਬ ਦੀ ਪਾਰਟੀ ਵੀ 4 ਵੋਟਾਂ ਲੈ ਕੇ ਜਾਂਦੀ ਹੋਵੇ, ਪਰ ਉਹਨਾਂ ਦੀ ਪ੍ਰਸੰਗਿਕਤਾ ਸਿਆਸੀ ਤੌਰ ਤੇ ਬਹੁਤੀ ਨਹੀਂ। ਹੁਣ ਉੱਥੇ ਕਾਂਗਰਸ ਤੇ ਆਮ ਆਦਮੀ ਪਾਰਟੀ ਨੇ ਗੱਠਜੋੜ ਕਰ ਲਿਆ, ਯਾਨੀ ਇੰਡੀਆ ਗੱਠਜੋੜ ਗੁਜਰਾਤ ਦੇ ਵਿੱਚ ਐਗਜ਼ਿਸਟ ਕਰ ਰਿਹਾ। ਕੋਈ ਲੜਾਈ ਨਹੀਂ। ਕੁੱਲ 26 ਸੀਟਾਂ ਨੇ ਲੋਕ ਸਭਾ ਦੀਆਂ ਗੁਜਰਾਤ ਦੇ ਵਿੱਚ, ਉਹਦੇ ਵਿੱਚੋਂ 24 ਸੀਟਾਂ ਦੇ ਉੱਤੇ ਉਮੀਦਵਾਰ ਕਾਂਗਰਸ ਦੇ ਹੋਣਗੇ, 2 ਸੀਟਾਂ ਉਹਨਾਂ ਨੇ ਆਮ ਆਦਮੀ ਪਾਰਟੀ ਲਈ ਛੱਡ ਦਿੱਤੀਆਂ, ਖੁੱਲ੍ਹਾ ਦਿਲ ਵਿਖਾਇਆ। ਹੁਣ ਇੰਡੀਆ ਗੱਠਜੋੜ ਹੋ ਗਿਆ ਤੇ ਕਿਸੇ ਨੂੰ ਵੀ ਲੱਗ ਸਕਦਾ ਕਿ ਭਾਈ ਹੁਣ ਟੱਕਰ ਮਿਲੂ, ਐਤਕੀ ਨਹੀਂ ਗੁਜਰਾਤ ਦੇ ਵਿੱਚੋਂ ਅਗਲੇ ਜਾਣ ਦਿੰਦੇ। ਪਰ ਪਿਛਲੀ ਵਾਰ 2019 ਦੇ ਵਿੱਚ ਜਦੋਂ ਲੋਕ ਸਭਾ ਦੀਆਂ ਚੋਣਾਂ ਹੋਈਆਂ ਤਾਂ ਗੁਜਰਾਤ ਦੀਆਂ 26 ਲੋਕ ਸਭਾ ਸੀਟਾਂ ਭਾਰਤੀ ਜਨਤਾ ਪਾਰਟੀ ਨੇ ਜਿੱਤ ਲਈਆਂ ਸੀ। ਕਿਸੇ ਵੀ ਵਿਰੋਧੀ ਧਿਰ ਦਾ ਉੱਥੇ ਖਾਤਾ ਨਹੀਂ ਸੀ ਖੁੱਲਿਆ, ਤੇ ਜੇ ਖਾਤਾ ਨਹੀਂ ਸੀ ਖੁੱਲਿਆ ਤੇ ਇਹਦਾ ਮਤਲਬ ਇਹ ਥੋੜ੍ਹੀ ਕਿ ਐਤਕੀ ਨਹੀਂ ਖੁੱਲ੍ਹ ਸਕਦਾ। ਪਰ ਹਾਲਾਤ ਵੱਖਰੇ ਨੇ। ਉੱਥੇ ਇੰਡੀਆ ਗੱਠਜੋੜ ਦੇ ਚੰਗੇ ਤਰੀਕੇ ਹੋਂਦ ਦੇ ਵਿੱਚ ਆਉਣ ਦੇ ਬਾਵਜੂਦ ਵੀ ਭਾਰਤੀ ਜਨਤਾ ਪਾਰਟੀ ਨੂੰ ਕੋਈ ਬਹੁਤੀ ਵੱਡੀ ਟੱਕਰ ਮਿਲਦੀ ਨਜ਼ਰ ਨਹੀਂ ਆ ਰਹੀ। ਉਹਦੇ 2 ਕਾਰਨ ਨੇ। ਇੱਕ ਕਿ ਪਿਛਲੀਆਂ ਲੋਕ ਸਭਾ ਦੀਆਂ ਚੋਣਾਂ 'ਚ ਗੁਜਰਾਤ ਦੀਆਂ 26 ਸੀਟਾਂ ਤੋਂ ਜੇ ਆਪਾਂ ਬੀਜੇਪੀ ਦੇ ਉਮੀਦਵਾਰਾਂ ਨੂੰ ਮਿਲੀਆਂ ਵੋਟਾਂ ਦੇਖੀਏ ਤੇ ਉਹਦੇ ਮੁਕਾਬਲੇ ਵਿਰੋਧੀ ਧਿਰਾਂ ਦੇ ਸਾਰੇ ਉਮੀਦਵਾਰਾਂ ਦੀਆਂ ਵੋਟਾਂ ਜੋੜ ਲਈਏ ਤਾਂ ਵੀ ਬਹੁ ਗਿਣਤੀ ਗੁਜਰਾਤ ਦੇ ਲੋਕ ਸਭਾ ਹਲਕਿਆਂ 'ਚੋਂ ਬੀਜੇਪੀ ਦੇ ਉਮੀਦਵਾਰਾਂ ਦੀਆਂ ਵੋਟਾਂ ਬਾਕੀ ਸਾਰੇ ਉਮੀਦਵਾਰਾਂ ਦੀਆਂ ਵੋਟਾਂ ਤੋਂ ਵੱਧ ਸਨ। ਮਾਰਜਨ ਬਹੁਤ ਸੀ, ਫਰਕ ਬੜਾ ਸੀ, ਬਹੁਤੀਆਂ ਸੀਟਾਂ ਤੇ ਲੱਖਾਂ ਦਾ ਮਾਰਜਨ ਸੀ। ਇਸ ਕਰਕੇ ਭਾਵੇਂ ਆਮ ਆਦਮੀ ਪਾਰਟੀ ਤੇ ਕਾਂਗਰਸ ਨੇ ਉੱਥੇ ਗੱਠਜੋੜ ਕਰ ਲਿਆ, ਪਰ ਇਹਦੇ ਬਾਵਜੂਦ ਵੀ ਜੇ ਕਿਸੇ ਨੂੰ ਇਹ ਭੁਲੇਖਾ ਕਿ ਹੁਣ ਤਾਂ ਉੱਥੇ ਭਾਰਤੀ ਜਨਤਾ ਪਾਰਟੀ ਨੁੱਕਰੇ ਲੱਗ ਗਈ ਬਈ
ਹਰ ਸੀਟ ਦੇ ਉੱਤੇ ਗਲਾ ਕੱਟ ਮੁਕਾਬਲਾ ਹੋਏਗਾ, ਤਾਂ ਇਹ ਤਾਂ ਨਹੀਂ। ਉੱਥੇ ਅਜੇ ਵੀ ਇਹਨਾਂ ਨੂੰ ਪ੍ਰਚਾਰ ਦੇ ਰੂਪ ਦੇ ਵਿੱਚ, ਲਹਿਰ ਦੇ ਰੂਪ ਦੇ ਵਿੱਚ, ਲੋਕਾਂ ਦਾ ਯਕੀਨ ਤੇ ਵਿਸ਼ਵਾਸ ਜਿੱਤਣ ਦੇ ਰੂਪ ਦੇ ਵਿੱਚ ਵੱਡਾ ਕੰਮ ਕਰਨਾ ਪਊਗਾ। ਦੂਸਰਾ, ਵਿਧਾਨ ਸਭਾ ਦੀਆਂ ਚੋਣਾਂ ਗੁਜਰਾਤ ਦੀਆਂ ਕਦੋਂ ਖੋਈਆਂ? ਹਜੇ ਦਿੱਲੀ 'ਚ ਤਾਂ ਹਾਲਾਤ ਵੱਖਰੇ ਸੀ। ਉੱਥੇ ਵਿਧਾਨ ਸਭਾ ਦੀਆਂ ਚੋਣਾਂ ਆਮ ਆਦਮੀ ਪਾਰਟੀ ਨੇ ਜਿੱਤੀਆਂ, ਉੱਥੇ ਨਗਰ ਨਿਗਮ ਦਿੱਲੀ ਦੀਆਂ ਚੋਣਾਂ ਆਮ ਆਦਮੀ ਪਾਰਟੀ ਨੇ ਜਿੱਤੀਆਂ। ਇਹਦੇ ਬਾਵਜੂਦ ਵੀ ਬੀਜੇਪੀ ਭਾਰੂ ਪੈ ਸਕਦੀ ਹੈ। ਇੱਥੇ ਤਾਂ ਲੰਘੀਆਂ ਵਿਧਾਨ ਸਭਾ ਚੋਣਾਂ 'ਚ ਭਾਵੇਂ ਆਮ ਆਦਮੀ ਪਾਰਟੀ ਨੂੰ 5 ਸੀਟਾਂ ਮਿਲ ਗਈਆਂ, ਖਾਤਾ ਜੰਗੇ ਤਰੀਕੇ ਕਾਂਗਰਸ ਵੀ ਖੋਲ ਗਈ, ਪਰ ਜਿੰਨਾ ਪ੍ਰਚੰਡ ਬਹੁਮਤ ਭਾਰਤੀ ਜਨਤਾ ਪਾਰਟੀ ਨੂੰ ਗੁਜਰਾਤ ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਮਿਲਿਆ, ਜੇ ਆਪਾਂ ਉਹ ਵੋਟਾਂ ਗਿਣ ਲਈਏ ਤਾਂ ਬੜਾ ਔਖਾ ਲੱਗਦਾ ਕਿ ਭਾਈ ਇੰਡੀਆ ਗੱਠਜੋੜ ਹੋਣ ਦੇ ਬਾਵਜੂਦ ਵੀ ਇਹਨਾਂ ਦਾ ਖਾਤਾ ਖੁੱਲ੍ਹ ਜਾਊ ਕਿ ਨਹੀਂ ਖੁੱਲ੍ਹ ਜਾਊ। ਇਸ ਕਰਕੇ ਗੁਜਰਾਤ ਦੇ ਵਿੱਚ ਠੀਕ ਹੈ, ਇਹਨਾਂ ਨੇ ਆਪਸ ਵਿੱਚ ਅੰਡਰਸਟੈਂਡਿੰਗ ਕਰ ਲਈ ਹੈ। ਗੁਜਰਾਤ ਦੇ ਵਿੱਚੋਂ ਆਮ ਆਦਮੀ ਪਾਰਟੀ ਨੇ ਇੱਕ ਉਮੀਦਵਾਰ ਦਾ ਵੀ ਐਲਾਨ ਕਰ ਦਿੱਤਾ, ਪਰ ਗੱਠਜੋੜ ਹੋਣ ਦੇ ਬਾਵਜੂਦ ਵੀ ਗੁਜਰਾਤ ਦੇ ਵਿੱਚ ਇੰਡੀਆ ਗੱਠਜੋੜ ਦੇ ਲਈ ਜੇ ਆਪਾਂ ਦੇਖੀਏ ਤਾਂ ਬਹੁਤਾ ਜ਼ਿਆਦਾ ਸਕੋਪ ਨਹੀਂ। ਹਾਂ, ਕੋਈ ਲਹਿਰ ਚੱਲ ਜਾਏ, ਕੋਈ ਹਨੇਰੀ ਚੱਲ ਜਾਏ, ਕੋਈ ਇੱਦਾਂ ਦਾ ਮੁੱਦਾ ਇਹ ਗੱਠਜੋੜ ਉਭਾਰਦਾ ਹੈ, ਜਿਸ ਮੁੱਦੇ ਦੇ ਨਾਲ ਬਹੁਤ ਸਾਰੇ ਗੁਜਰਾਤ ਦੇ ਜਿਹੜੇ ਲੋਕ ਨੇ ਉਹਨਾਂ ਨੂੰ ਲੱਗੇ ਕਿ ਨਹੀਂ ਭਾਈ ਅਸੀਂ ਵੋਟਾਂ ਇਹਨਾਂ ਨੂੰ ਪਾਉਣੀਆਂ। ਰਾਹੁਲ ਗਾਂਧੀ ਸਾਹਿਬ ਦੀ ਭਾਰਤ ਜੋੜੋ ਨਿਆਂ ਯਾਤਰਾ ਆ ਰਹੀ ਹੈ, ਉਹਨੇ ਗੁਜਰਾਤ ਦੇ ਵਿੱਚ ਦੀ ਹੁਣ ਲੰਘਣਾ, ਤੇ ਉਹ ਯਾਤਰਾ ਕਿੰਨਾ ਕੁ ਪ੍ਰਭਾਵ ਛੱਡਦੀ ਹੈ ਇਹਦੇ ਉੱਤੇ ਵੀ ਬਹੁਤ ਕੁਝ ਨਿਰਭਰ ਕਰੂਗਾ। ਪਰ ਸਭ ਤੋਂ ਵੱਡੀ ਗੱਲ, ਉੱਥੇ ਬਹੁਜਨ ਸਮਾਜ ਪਾਰਟੀ ਨੇ ਵੀ ਕੁਝ ਆਪਣੇ ਬੰਦੇ ਖੜੇ ਕਰਨੇ ਆ, ਕੁਝ ਹੋਰ ਛੋਟੀਆਂ ਸਿਆਸੀ ਪਾਰਟੀਆਂ ਨੇ ਵੀ ਕੁਝ ਹਲਕਿਆਂ ਤੇ ਆਪਣੇ ਉਮੀਦਵਾਰ ਖੜੇ ਕਰਨੇ ਆ। ਜਾਣੀ ਗੁਜਰਾਤ ਦੀਆਂ 26 ਲੋਕ ਸਭਾ ਸੀਟਾਂ 'ਚੋਂ 13 ਕੁ ਸੀਟਾਂ ਤੇ ਭਾਜਪਾ ਦੇ ਵਿਰੋਧ ਦੇ ਵਿੱਚ ਇੱਕ ਤੋਂ ਵੱਧ ਉਮੀਦਵਾਰ ਖੜੇ ਹੋਣਗੇ। ਦੂਸਰਾ, ਪਿਛਲੇ 2019 ਦੇ ਵੋਟ ਬੈਂਕ ਦਾ ਤੇ ਪਿਛਲੀਆਂ ਲੰਘੀਆਂ ਵਿਧਾਨ ਸਭਾ ਚੋਣਾਂ ਦੇ ਵੋਟ ਬੈਂਕ ਦਾ ਐਨਾਲਿਸਿਸ ਕਰੀਏ ਤਾਂ ਭਾਰਤੀ ਜਨਤਾ ਪਾਰਟੀ ਨੂੰ ਇਹਨਾਂ ਅੰਕੜਿਆਂ ਦੇ ਲਿਹਾਜ਼ ਦੇ ਨਾਲ ਕੋਈ ਬਹੁਤੀ ਜ਼ਿਆਦਾ ਟੱਕਰ 20 ਹਲਕਿਆਂ ਦੇ ਵਿੱਚ ਤਾਂ ਬਿਲਕੁਲ ਮਿਲਦੀ ਨਜ਼ਰ ਨਹੀਂ ਆ ਰਹੀ। 6 ਲੋਕ ਸਭਾ ਹਲਕਿਆਂ ਦੇ ਵਿੱਚ ਹੋ ਸਕਦਾ ਕਿ ਇੰਡੀਆ ਗੱਠਜੋੜ ਇਹਨਾਂ ਨੂੰ ਤਕੜੀ ਟੱਕਰ ਦੇ ਦੇ। ਆਪਾਂ ਕੁਝ ਇੱਕ ਹੋਰ ਸੂਬਿਆਂ ਤੇ ਜਾਣਾ, ਬਿਲਕੁਲ ਮਤ ਸਮਝਿਓ ਕਿ ਇੰਡੀਆ ਗੱਠਜੋੜ ਕਮਜ਼ੋਰ ਹੈ ਨਾ, ਇਹ ਗੱਠਜੋੜ ਹੋਇਆ ਬਹੁਤ ਸਾਰੇ ਥਾਵਾਂ ਤੇ ਟੱਕਰ ਦੇ ਸਕਦਾ। ਮੈਂ ਪਹਿਲਾਂ ਹੀ ਕਹਿਣਾ 543 ਚੋਂ 296 ਸੀਟਾਂ ਦੇ ਉੱਤੇ ਇੰਡੀਆ ਗੱਠਜੋੜ ਸਿੱਧੀ ਟੱਕਰ ਬੀਜੇਪੀ ਨੂੰ ਦੇ ਰਿਹਾ। ਤੇ ਆਪਾਂ ਗੱਲ ਕਰ ਰਹੇ ਹਾਂ ਕਿ ਕਿਹਦੀ ਬਣੇਗੀ ਸਰਕਾਰ, ਕੌਣ ਬਣੇਗਾ ਪ੍ਰਧਾਨ ਮੰਤਰੀ, ਕੀ ਇੰਡੀਆ ਗੱਠਜੋੜ ਭਾਰਤੀ ਜਨਤਾ ਪਾਰਟੀ ਨੂੰ ਟੱਕਰ ਦੇਣ ਦੀ ਸਮਰੱਥਾ ਦੇ ਵਿੱਚ ਉਸ ਹਾਲਾਤ ਦੇ ਵਿੱਚ ਪਹੁੰਚ ਚੁੱਕਿਆ, ਕਿਉਂਕਿ ਪਿਛਲੇ 15-20 ਦਿਨਾਂ ਦੇ ਵਿੱਚ ਇਹਨਾਂ ਨੇ ਥੋੜ੍ਹੀ ਜਿਹੀ ਰਿਕਵਰੀ ਕਰਨ ਦੀ ਕੋਸ਼ਿਸ਼ ਕੀਤੀ ਹੈ। ਹੁਣ ਬਿਹਾਰ ਸੂਬੇ ਵੱਲ ਚੱਲਦੇ ਹਾਂ। ਬਿਹਾਰ ਦੇ ਵਿੱਚ ਇੰਡੀਆ ਗੱਠਜੋੜ ਪੱਕਾ ਹੈ। ਭਾਰਤੀ ਜਨਤਾ ਪਾਰਟੀ ਨਿਤਿਸ਼ ਕੁਮਾਰ ਤੇ ਨਾਲ ਦੀ ਨਾਲ ਚਿਰਾਗ ਪਾਸਵਾਨ ਤੇ ਜੀਤਨ ਰਾਮ ਮਾਂਝੀ, ਉਹਨਾਂ ਸਾਰਿਆਂ ਨੂੰ ਟੱਕਰ ਦੇਣ ਦੀ ਕੋਸ਼ਿਸ਼ ਕਰ ਰਹੇ ਨੇ ਇੰਡੀਆ ਗੱਠਜੋੜ ਵਾਲੇ। ਕੁੱਲ 40 ਬਿਹਾਰ ਦੀਆਂ ਲੋਕ ਸਭਾ ਸੀਟਾਂ ਨੇ, ਅਜੇ ਉੱਥੇ ਸੀਟਾਂ ਦੀ ਵੰਡ ਹੋਣੀ ਬਾਕੀ ਹੈ। ਕਾਂਗਰਸ ਨੂੰ ਕਿੰਨੀਆਂ ਸੀਟਾਂ ਮਿਲਣਗੀਆਂ, ਲਾਲੂ ਪ੍ਰਸਾਦ ਯਾਦਵ ਦੀ ਪਾਰਟੀ ਕਿੰਨੀਆਂ ਸੀਟਾਂ ਤੇ ਚੋਣ ਲੜੇਗੀ, ਖੱਬੇ ਪੱਖੀ ਧਿਰਾਂ ਕਿੱਥੇ ਕੁ ਹੋਣਗੀਆਂ, ਉੱਥੇ ਜਿਹੜਾ ਸੀਟ ਵੰਡ ਦਾ ਬਹੁਤਾ ਰੌਲਾ ਨਹੀਂ ਪੈਣਾ। ਪਰ ਇਹ ਦੇਰੀ ਹੋ ਰਹੀ ਹੈ। ਜੇ ਅਜੇ ਤੱਕ ਸੀਟਾਂ ਦੀ ਵੰਡ ਨਹੀਂ ਹੋਈ ਤਾਂ ਇਹਦਾ ਮਤਲਬ ਕਿਤੇ ਨਾ ਕਿਤੇ ਨੁਕਸਾਨ ਹੋ ਜੂ। ਵੈਸੇ ਵੀ 6 MLA ਇੰਡੀਆ ਗੱਠਜੋੜ ਦੇ ਪਿਛਲੇ ਦਿਨਾਂ ਦੇ ਵਿੱਚ ਟੁੱਟ ਕੇ ਭਾਜਪਾ ਤੇ ਨਿਤਿਸ਼ ਕੁਮਾਰ ਵੱਲ ਜਾ ਚੁੱਕੇ ਹੈ। ਨਿਤਿਸ਼ ਕੁਮਾਰ ਵੈਸੇ ਹੀ ਟੁੱਟ ਕੇ ਉਧਰਲੇ ਪਾਸੇ ਜਾ ਚੁੱਕੇ ਆ। ਜਾਣੀ ਜੇ ਨਿਤਿਸ਼ ਕੁਮਾਰ ਇੰਡੀਆ ਗੱਠਜੋੜ 'ਚ ਹੁੰਦੇ, ਜਿਨ੍ਹਾਂ ਨੇ ਇੰਡੀਆ ਗੱਠਜੋੜ ਸ਼ੁਰੂ ਕੀਤਾ ਸੀ, ਤਾਂ ਬਿਹਾਰ ਦੀਆਂ 40 ਲੋਕ ਸਭਾ ਸੀਟਾਂ ਦੇ ਹਾਲਾਤ ਵੱਖਰੇ ਹੋਣੇ ਸੀ। ਪਰ ਅੱਜ ਉੱਥੇ ਟੱਕਰ ਫਸਵੀਂ ਹੈ, ਉੱਥੇ ਟੱਕਰ ਬਰਾਬਰ ਦੀ ਹੈ। ਇੱਕ ਵੀ ਬਿਹਾਰ ਦਾ ਲੋਕ ਸਭਾ ਹਲਕਾ 40 ਦੇ ਵਿੱਚੋਂ ਐਸਾ ਨਹੀਂ ਜਿੱਥੇ ਇੰਡੀਆ ਗੱਠਜੋੜ ਬਰਾਬਰ ਦੀ ਟੱਕਰ ਬੀਜੇਪੀ ਤੇ ਨਿਤਿਸ਼ ਕੁਮਾਰ ਨੂੰ ਨਹੀਂ ਦੇਗਾ। ਪਰ ਨਿਤਿਸ਼ ਕੁਮਾਰ ਦੇ ਜਾਣ ਨਾਲ ਤੇ 6 ਵਿਧਾਇਕਾਂ ਦੇ ਦਲ ਬਦਲੀ ਕਰਨ ਦੇ ਨਾਲ ਥੋੜੀ ਜਿਹੀ ਕਮਜ਼ੋਰੀ ਜਿਹੜੀ ਹੈ ਇੰਡੀਆ ਗੱਠਜੋੜ ਦੇ ਵਿੱਚ ਆਈ ਜ਼ਰੂਰ ਹੈ। ਇਹਦੇ ਤੋਂ ਬਾਅਦ ਆਪਾਂ ਚੱਲਦੇ ਹਾਂ ਹੋਰ ਹਲਕਿਆਂ ਵਾਲੇ ਪਾਸੇ। ਮੱਧ ਪ੍ਰਦੇਸ਼ 29 ਲੋਕ ਸਭਾ ਹਲਕੇ, ਪਿਛਲੀ ਵਾਰ 29 ਦੇ ਵਿੱਚੋਂ 28 ਲੋਕ ਸਭਾ ਹਲਕਿਆਂ ਦੇ ਵਿੱਚ ਬੀਜੇਪੀ ਜਿੱਤੀ ਸੀ ਤੇ ਮੁਰੇ ਸਾਰੀਆਂ ਪਾਰਟੀਆਂ ਦੇ ਅੱਡੋ ਅੱਡ ਕੈਂਡੀਡੇਟ ਖੜੇ ਸੀ। ਐਤਕੀ ਦੇਰ ਨਾਲ ਹੀ ਸਹੀ, ਪਰ ਉੱਥੇ ਵੀ ਇੰਡੀਆ ਗੱਠਜੋੜ ਕਾਇਮ ਹੈ। ਉੱਥੇ ਸਮਾਜਵਾਦੀ ਪਾਰਟੀ ਤੇ ਕਾਂਗਰਸ ਪਾਰਟੀ ਦਾ ਆਪਸ ਦੇ ਵਿੱਚ ਸਮਝੌਤਾ ਹੈ। ਉੱਥੇ 29 ਦੇ ਵਿੱਚੋਂ 28 ਸੀਟਾਂ ਕਾਂਗਰਸ ਪਾਰਟੀ ਲੜੇਗੀ, ਇੱਕ ਸੀਟ ਉਹਨਾਂ ਨੇ ਅਖਿਲੇਸ਼ ਯਾਦਵ ਦੀ ਸਮਾਜਵਾਦੀ ਪਾਰਟੀ ਨੂੰ ਛੱਡੀ ਹੈ। ਹਾਲਾਂਕਿ ਕੁਝ ਮਹੀਨੇ ਪਹਿਲਾਂ ਹੋਈਆਂ ਵਿਧਾਨ ਸਭਾ ਚੋਣਾਂ 'ਚ ਇਹ ਗੱਠਜੋੜ ਨਹੀਂ ਸੀ ਹੋ ਸਕਿਆ। ਹੁਣ ਇਹਨਾਂ ਨੇ ਥੋੜ੍ਹੀ ਜਿਹੀ ਸਿਆਸੀ ਅਕਲਮੰਦੀ ਕੀਤੀ ਹੈ, ਇੱਕ ਧੱਕੇ ਖਾ ਕੇ, ਤੇ ਉਹਦੇ ਤੋਂ ਬਾਅਦ ਇਹਨਾਂ ਨੂੰ ਪਤਾ ਲੱਗ ਗਿਆ। ਹੁਣ ਉੱਥੇ ਵੀ ਜੋ ਕੁਝ ਵਿਧਾਨ ਸਭਾ ਚੋਣਾਂ ਦਾ ਨਤੀਜਾ ਆਇਆ, ਉਸ ਨਤੀਜੇ ਤੋਂ ਬਾਅਦ ਲੱਗਦਾ ਇਹ ਹੈ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਹੈ ਨਾ, ਉਹ ਥੋੜ੍ਹੀ ਜਿਹੀ ਵਾਧੇ 'ਚ ਰਹੇਗੀ। ਪਰ ਇਹ ਨਹੀਂ, ਪਿਛਲੀ ਵਾਰੀ ਤਾਂ 2 ਸੀਟਾਂ ਨੂੰ ਛੱਡ ਕੇ ਸਾਰੀਆਂ ਬੀਜੇਪੀ ਜਿੱਤ ਗਈ ਸੀ ਉੱਥੋਂ, ਪਰ ਐਤਕੀ ਘੱਟੋ ਘੱਟ 25 ਲੋਕ ਸਭਾ ਹਲਕਿਆਂ ਦੇ ਵਿੱਚ ਬਰਾਬਰ ਦੀ ਟੱਕਰ ਹੋਏਗੀ। ਕਿਉਂਕਿ ਕਾਂਗਰਸ ਪਾਰਟੀ ਭਾਵੇਂ ਉੱਥੇ ਸਰਕਾਰ ਨਹੀਂ ਬਣਾ ਸਕੀ, ਪਰ ਉਹਦੇ ਕਾਫੀ MLA ਜਿੱਤੇ ਹੈ। ਜਿਨ੍ਹਾਂ ਵਿਧਾਨ ਸਭਾ ਦੀਆਂ ਸੀਟਾਂ ਤੋਂ ਕਾਂਗਰਸ ਪਾਰਟੀ ਦੇ ਕੈਂਡੀਡੇਟ ਹਾਰੇ ਵੀ ਹੈ,
ਉੱਥੇ ਵੀ ਇੱਕ ਪਾਸੜ ਹਾਰ ਨਹੀਂ ਹੋਈ, ਮੁਕਾਬਲੇ ਫਸਵੇਂ ਹੀ ਰਹੇ ਨੇ। ਇੱਥੋਂ ਤੱਕ ਕਿ ਭਾਰਤੀ ਜਨਤਾ ਪਾਰਟੀ ਦੇ ਕਈ ਕਹਿੰਦੇ ਕਹਾਉਂਦੇ ਨੇਤਾ, ਕੇਂਦਰ ਦੇ ਵਿੱਚੋਂ ਲਿਆਂਦੇ ਨੇਤਾ ਵੀ ਫਸਵੇਂ ਮੁਕਾਬਲਿਆਂ 'ਚ ਜਿੱਤ ਹੋਏ ਅਤੇ ਕਈ ਥੋੜ੍ਹੀਆਂ ਵੋਟਾਂ ਦੇ ਨਾਲ ਜਿੱਤੇ ਹੈ। ਇਸ ਕਰਕੇ ਮੱਧ ਪ੍ਰਦੇਸ਼ ਇੱਕ ਐਸਾ ਸੂਬਾ ਹੋਏਗਾ ਜਿੱਥੇ ਇੰਡੀਆ ਗੱਠਜੋੜ ਬੀਜੇਪੀ ਨੂੰ ਫਸਵੀਂ ਟੱਕਰ ਦੇਵੇਗਾ। ਸਮਾਜਵਾਦੀ ਪਾਰਟੀ ਦੀਆਂ ਵੋਟਾਂ ਜੇ ਕਾਂਗਰਸ ਪਾਰਟੀ ਦੇ ਕੈਂਡੀਡੇਟਸ ਨੂੰ ਚੰਗੇ ਤਰੀਕੇ ਇਮਾਨਦਾਰੀ ਨਾਲ ਭੁਗਤ ਗਈਆਂ ਤਾਂ 3 ਤੋਂ 4 ਲੋਕ ਸਭਾ ਹਲਕਿਆਂ ਦੇ ਨਤੀਜੇ ਤਬਦੀਲ ਹੋ ਸਕਦੇ ਆ। ਜਾਣੀ ਬੀਜੇਪੀ ਨੂੰ 2019 ਦੀਆਂ ਲੋਕ ਸਭਾ ਚੋਣਾਂ ਦੇ ਮੁਕਾਬਲੇ ਮੱਧ ਪ੍ਰਦੇਸ਼ ਦੇ ਵਿੱਚੋਂ ਘਾਟਾ ਪੈ ਸਕਦਾ, ਇਹ ਗੱਲ ਪੱਕੀ ਹੈ। ਫਿਰ ਚੱਲਦੇ ਉੱਤਰ ਪ੍ਰਦੇਸ਼, ਦੇਸ਼ ਦਾ ਸਭ ਤੋਂ ਵੱਡਾ ਸੂਬਾ, 80 ਲੋਕ ਸਭਾ ਦੀਆਂ ਸੀਟਾਂ। ਕੁਰਸੀ ਤੇ ਕਿਹਨੇ ਬਹਿਣਾ, ਸਰਕਾਰ ਭਾਰਤ ਦੇ ਵਿੱਚ ਕਿਹਦੀ ਬਣਨੀ ਆ, ਬਹੁਤਾ ਕਰਕੇ ਉੱਤਰ ਪ੍ਰਦੇਸ਼ ਡਿਸਾਈਡ ਕਰਦਾ ਹੈ। ਪਿਛਲੀ ਵਾਰ ਵੀ 80 ਦੇ ਵਿੱਚੋਂ 60 ਤੋਂ ਵੱਧ ਸੀਟਾਂ ਬੀਜੇਪੀ ਲੈ ਗਈ ਸੀ ਤੇ ਲੰਘੀਆਂ ਵਿਧਾਨ ਸਭਾ ਦੀਆਂ ਚੋਣਾਂ ਉਹਦੇ ਵਿੱਚ ਭਾਰਤੀ ਜਨਤਾ ਪਾਰਟੀ ਨੇ ਜਿਸ ਤਰੀਕੇ ਦਾ ਬਹੁਮਤ ਹਾਸਲ ਕੀਤਾ, ਉਹਨੂੰ ਦੇਖ ਕੇ ਤਾਂ ਲੱਗਦਾ ਕਿ ਭਾਈ ਹੱਥ ਐਤਕੀ ਵੀ ਉਹਨਾਂ ਦਾ ਉੱਪਰ ਰਹੂਗਾ। ਪਰ ਕੀ ਉਨਾ ਹੀ ਉੱਪਰ ਰਹੇਗਾ ਜਿੰਨਾ ਹੱਥ 2019 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਉੱਪਰ ਰਿਹਾ ਸੀ? ਇਹ ਆਪਣੇ ਆਪ ਦੇ ਵਿੱਚ ਸਵਾਲ ਹੈ। ਹੁਣ ਉੱਥੇ ਵੀ ਲੱਗਦਾ ਸੀ ਕਿ ਇੰਡੀਆ ਗੱਠਜੋੜ ਭੁਰ ਗਿਆ ਭਾਈ, ਹੈ ਤਾਂ ਭੁਰਿਆ ਪਰ ਅੱਧਾ ਕੁ ਭੁਰਿਆ। ਜਯੰਤ ਚੌਧਰੀ ਇੰਡੀਆ ਗੱਠਜੋੜ ਦਾ ਹਿੱਸਾ ਸਨ ਤੇ ਉਹਨਾਂ ਨੂੰ 10-11 ਸੀਟਾਂ ਛੱਡ ਵੀ ਦਿੱਤੀਆਂ ਸੀ ਇਹਨਾਂ ਨੇ, 10 ਦੇ ਕਰੀਬ, ਅਖਿਲੇਸ਼ ਯਾਦਵ ਤੇ ਕਾਂਗਰਸ ਨੇ, ਪਰ ਉਹਨੂੰ ਭਾਰਤੀ ਜਨਤਾ ਪਾਰਟੀ ਵਾਲੇ ਧੂ ਕੇ ਲੈ ਗਏ। ਪੱਛਮੀ ਉੱਤਰ ਪ੍ਰਦੇਸ਼ ਦੀਆਂ 27-28 ਲੋਕ ਸਭਾ ਸੀਟਾਂ ਦੇ ਸਮੀਕਰਨ ਬਦਲ ਜਾਣਗੇ ਜਯੰਤ ਚੌਧਰੀ ਦੇ ਬੀਜੇਪੀ ਦੇ ਨਾਲ ਜਾਣ ਨਾਲ। ਇਹਦੇ ਤੋਂ ਇਲਾਵਾ ਬਹੁਜਨ ਸਮਾਜ ਪਾਰਟੀ ਇੱਕ ਬਹੁਤ ਵੱਡੀ ਧਿਰ ਹੈ। ਹਾਲਾਂਕਿ ਬਸਪਾ ਦਾ ਖਾਤਾ ਖੂਤਾ ਨਹੀਂ ਪਿਛਲੀ ਵਾਰੀ 'ਚ ਖੁੱਲ੍ਹਾ, ਪਰ ਉਹਨਾਂ ਦੇ ਕੋਲੇ ਹਰ ਲੋਕ ਸਭਾ ਹਲਕੇ ਦੇ ਵਿੱਚ ਇੱਕ ਬੱਝਵਾਂ ਵੋਟ ਬੈਂਕ ਹੈ। ਉਹਨਾਂ ਦੇ ਕੋਲ ਹਰ ਲੋਕ ਸਭਾ ਹਲਕੇ ਦੇ ਵਿੱਚ ਜਿੱਤ ਹਾਰ ਤੈਅ ਕਰਨ ਦਾ ਤਵਾਜ਼ਨ ਉਹਨਾਂ ਦੇ ਹੱਥ ਹੁੰਦਾ ਹੈ। ਕਾਂਗਰਸ ਨੇ ਕੋਸ਼ਿਸ਼ ਕੀਤੀ ਸੀ ਕਿ ਇੰਡੀਆ ਗੱਠਜੋੜ ਦੇ ਵਿੱਚ ਜਯੰਤ ਵੀ ਰਹੇ, ਬਸਪਾ ਵੀ ਆ ਜਾਏ, ਸਮਾਜਵਾਦੀ ਪਾਰਟੀ ਵੀ ਆ ਜਾਏ, ਤਾਂ ਜੋ ਬੀਜੇਪੀ ਨੂੰ ਇਹਨਾਂ 80 ਲੋਕ ਸਭਾ ਸੀਟਾਂ ਦੇ ਉੱਤੇ ਠੋਕ ਕੇ ਟੱਕਰ ਦਿੱਤੀ ਜਾ ਸਕੇ। ਪਰ ਉੱਥੇ ਇੰਡੀਆ ਗੱਠਜੋੜ ਨੂੰ 2 ਝਟਕੇ ਲੱਗੇ। ਇੱਕ ਬੀਬੀ ਮਾਇਆਵਤੀ ਨੇ ਕਹਿਤਾ ਕਿ ਨਾ, ਸਾਡਾ ਗੱਠਜੋੜ ਕਿਸੇ ਨਾਲ ਨਹੀਂ, ਅਸੀਂ ਆਪਣੇ ਦਮ ਤੇ ਚੋਣਾਂ ਲੜਨੀਆਂ। ਉਹਨਾਂ ਨੇ ਕਹਿਤਾ, ਇਹ ਪਹਿਲਾ ਝਟਕਾ ਸੀ। ਦੂਸਰਾ ਝਟਕਾ ਲੱਗਾ ਜਯੰਤ ਚੌਧਰੀ ਦੇ ਰੂਪ 'ਚ ਕਿ ਨਹੀਂ ਭਾਈ, ਰਾਸ਼ਟਰੀ ਲੋਕ ਦਲ ਦਾ ਬੰਦਾ, ਉਹ ਪ੍ਰਧਾਨ ਹੈ, ਚੌਧਰੀ ਜੀਸੂ ਦਾ ਮੁੰਡਾ ਹੈ, ਕਿ ਭਾਈ ਆਪਾਂ ਤਾਂ ਭਾਈ ਭਾਰਤੀ ਜਨਤਾ ਪਾਰਟੀ ਨਾਲ ਜਾਣਾ। ਉਹ ਵੀ ਇੰਡੀਆ ਗੱਠਜੋੜ ਛੱਡ ਗਿਆ ਤੇ 7-8 MLA ਸਮਾਜਵਾਦੀ ਪਾਰਟੀ ਦੇ ਜਿਸ ਤਰੀਕੇ ਰਾਜ ਸਭਾ ਦੀਆਂ ਚੋਣਾਂ ਦੇ ਵਿੱਚ ਕ੍ਰਾਸ ਵੋਟਿੰਗ ਕਰਕੇ ਗਏ, ਉਹ ਫਿਰ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਸਮਾਜਵਾਦੀ ਪਾਰਟੀ ਦੇ ਚੋਣ ਨਿਸ਼ਾਨ ਸਾਈਕਲ ਨੂੰ ਵੋਟਾਂ ਤਾਂ ਪਾਉਣ ਨਹੀਂ ਲੱਗੇ। ਇਹ 3 ਝਟਕੇ ਸੀ, ਪਰ ਅਜੇ ਵੀ ਕਾਂਗਰਸ ਤੇ ਸਮਾਜਵਾਦੀ ਪਾਰਟੀ ਦਾ ਗੱਠਜੋੜ ਹੈ। 17 ਸੀਟਾਂ ਉੱਥੇ ਕਾਂਗਰਸ ਪਾਰਟੀ ਨੂੰ ਛੱਡੀਆਂ ਗਈਆਂ, ਬਾਕੀ ਸੀਟਾਂ ਦੇ ਉੱਤੇ ਸਮਾਜਵਾਦੀ ਪਾਰਟੀ ਆਪਣੇ ਸਹਿਯੋਗੀਆਂ ਦੇ ਨਾਲ ਚੋਣ ਲੜੂ। ਜਾਣੀ ਕਿ ਆਪਾਂ ਮੰਨ ਕੇ ਚੱਲਦੇ ਹਾਂ ਕਿ 80 ਲੋਕ ਸਭਾ ਹਲਕਿਆਂ ਦੇ ਵਿੱਚੋਂ 40 ਲੋਕ ਸਭਾ ਹਲਕਿਆਂ 'ਚ ਤਕਰੀਬਨ ਸਮਾਜਵਾਦੀ ਪਾਰਟੀ ਤੇ ਕਾਂਗਰਸ ਦੇ ਗੱਠਜੋੜ ਦਾ ਬੀਜੇਪੀ ਦੇ ਨਾਲ ਸਿੱਧਾ ਮੁਕਾਬਲਾ ਹੋਏਗਾ, ਜਿੱਥੇ ਕੋਈ ਵੀ ਜਿੱਤ ਸਕਦਾ, ਕੋਈ ਵੀ ਹਾਰ ਸਕਦਾ। ਰਾਮ ਮੰਦਿਰ ਕਿੰਨਾ ਕੁ ਪ੍ਰਭਾਵ ਪਾਉਂਦਾ ਹੈ, ਯੋਗੀ ਆਦਿੱਤਿਆਨਾਥ ਸਾਹਿਬ ਦੀ ਸਰਕਾਰ ਜਿਹੜੀ ਹੈ ਉਹਦੀ ਕਾਰਗੁਜ਼ਾਰੀ ਕਿੰਨਾ ਕੁ ਪ੍ਰਭਾਵ ਪਾਉਂਦੀ ਹੈ, ਇਹਦੇ ਉੱਤੇ ਬਹੁਤੀਆਂ ਸੀਟਾਂ ਦੇ ਨਤੀਜੇ ਨਿਰਭਰ ਕਰਨਗੇ। ਕਈ ਸੀਟਾਂ ਐਸੀਆਂ ਨੇ ਅਯੁੱਧਿਆ ਦੇ ਆਸ-ਪਾਸ ਦੀਆਂ ਜਿੱਥੇ ਭਾਰਤੀ ਜਨਤਾ ਪਾਰਟੀ ਦਾ ਹੱਥ ਕਾਫੀ ਉੱਪਰ ਲੱਗਦਾ ਹੈ, ਤੇ ਪੱਛਮੀ ਉੱਤਰ ਪ੍ਰਦੇਸ਼ ਜਿੱਥੋਂ ਇੰਡੀਆ ਗੱਠਜੋੜ ਨੂੰ ਲੱਗਦਾ ਸੀ ਕਿ ਕਿਸਾਨਾਂ ਦੇ ਪ੍ਰਭਾਵ ਦੇ ਕਰਕੇ, ਜਯੰਤ ਚੌਧਰੀ ਦੇ ਪ੍ਰਭਾਵ ਦੇ ਕਰਕੇ ਕਿ ਸਾਡਾ ਹੱਥ ਕਾਫੀ ਉੱਪਰ ਰਹਿ ਸਕਦਾ, ਉੱਥੇ ਜਯੰਤ ਚੌਧਰੀ ਦੇ ਜਾਣ ਦੇ ਨਾਲ ਨੁਕਸਾਨ ਇੰਡੀਆ ਗੱਠਜੋੜ ਨੂੰ ਹੋਇਆ। ਪਰ ਫਿਰ ਵੀ ਉੱਤਰ ਪ੍ਰਦੇਸ਼ ਦੀਆਂ ਘੱਟੋ-ਘੱਟ ਅੱਧੀਆਂ ਲੋਕ ਸਭਾ ਸੀਟਾਂ ਦੇ ਉੱਤੇ ਇੰਡੀਆ ਗੱਠਜੋੜ ਟੱਕਰ ਦੇਣ ਦੀ ਸਥਿਤੀ 'ਚ ਜਾਪਦਾ ਹੈ। ਪਰ ਇੱਥੇ ਸਭ ਤੋਂ ਵੱਡੀ ਗੱਲ ਕੀ ਹੈ, ਇੱਥੇ ਬੀਜੇਪੀ ਦੇ ਖਿਲਾਫ ਕੈਂਡੀਡੇਟ ਇੱਕ ਨਹੀਂ ਹੋਏਗਾ, ਜੋ ਇੰਡੀਆ ਗੱਠਜੋੜ ਦਾ ਮੁੱਖ ਮਨੋਰਥ ਸੀ। ਇੱਥੇ ਇੱਕ ਬੀਜੇਪੀ ਦਾ ਉਮੀਦਵਾਰ ਹੋਏਗਾ, ਦੂਸਰੇ ਪਾਸੇ ਕਾਂਗਰਸ ਤੇ ਸਮਾਜਵਾਦੀ ਪਾਰਟੀ ਦਾ ਉਮੀਦਵਾਰ ਹੋਏਗਾ, ਤੀਸਰੇ ਪਾਸੇ ਬਹੁਜਨ ਸਮਾਜ ਪਾਰਟੀ ਦਾ ਉਮੀਦਵਾਰ ਹੋਏਗਾ ਤੇ ਬਹੁਤ ਸਾਰੀਆਂ ਛੋਟੀਆਂ ਪਾਰਟੀਆਂ ਦੇ ਉਮੀਦਵਾਰ ਵੀ ਖੜੇ ਹੋਣਗੇ। ਬੀਜੇਪੀ ਨੂੰ ਉੱਤਰ ਪ੍ਰਦੇਸ਼ ਦੇ ਵਿੱਚ ਆਪਣੀਆਂ ਵਿਰੋਧੀ ਵੋਟਾਂ ਵੰਡੇ ਜਾਣ ਦਾ ਠੋਕ ਵਜਾ ਕੇ ਲਾਹਾ ਮਿਲੇਗਾ, ਇਹ ਗੱਲ ਪੱਕੀ ਹੈ। ਹੁਣ ਉੱਤਰ ਪ੍ਰਦੇਸ਼ ਤੋਂ ਬਾਅਦ ਆਪਾਂ ਹੋਰ ਸੂਬਿਆਂ ਵਾਲੇ ਪਾਸੇ ਜਾਣਾ, ਗੋਆ, ਚੰਡੀਗੜ੍ਹ ਹੈ। ਇਹਨਾਂ ਸੂਬਿਆਂ ਦੇ ਵਿੱਚ ਵੀ ਆਪਾਂ ਦੇਖਣਾ ਹਾਲਾਤ ਕੀ ਨੇ। ਮੈਂ ਸਭ ਤੋਂ ਪਹਿਲਾਂ ਗੱਲ ਜਿਹੜੀ ਆ ਝਾਰਖੰਡ ਦੀ ਕਰ ਲਾਂ। ਝਾਰਖੰਡ ਦੇ ਵਿੱਚ ਝਾਰਖੰਡ ਮੁਕਤੀ ਮੋਰਚਾ, ਕਾਂਗਰਸ ਤੇ ਰਾਸ਼ਟਰੀ ਜਨਤਾ ਦਲ ਲਾਲੂ ਪ੍ਰਸਾਦ ਯਾਦਵ ਦੀ ਪਾਰਟੀ ਇਕੱਠੀ ਹੈ। ਉਹਨਾਂ ਨੇ ਇਕੱਠੇ ਹੀ ਰਹਿਣਾ, ਸਰਕਾਰ ਵੀ ਉਹਨਾਂ ਦੀ ਹੈ। ਸੀਟਾਂ ਦੇ ਉੱਤੇ ਵੀ 13 ਸੀਟਾਂ ਨੇ, ਮੇਰੇ ਖਿਆਲ 11 ਜਾਂ 13 ਸੀਟਾਂ ਨੇ ਉਹਨਾਂ ਦੀਆਂ। ਉੱਥੇ ਉਹ ਵਧੀਆ ਰਹਿਣਗੇ, ਹੋ ਸਕਦਾ ਕਿ ਵੱਧ ਸੀਟਾਂ ਜਿੱਤ ਜਾਣ, ਪਰ ਅਜੇ ਕੌਣ ਕਿਹਨਾਂ ਸੀਟਾਂ ਤੇ ਚੋਣ ਲੜੇਗਾ, ਕਿਹੜੇ ਮੁੱਦੇ ਹੋਣਗੇ, ਉਹ ਸਾਰਾ ਕੁਝ ਅਜੇ ਨਿਰਧਾਰਤ ਨਾ ਹੋ ਸਕਣ ਕਰਕੇ ਨੁਕਸਾਨ ਵੀ ਹੋ ਸਕਦਾ ਹੈ। ਇਸੇ ਤਰੀਕੇ ਛੱਤੀਸਗੜ੍ਹ ਦੇ ਵਿੱਚ ਹੈ, ਉੱਥੇ ਵੀ ਅਜੇ ਤੱਕ ਸੀਟਾਂ ਦੀ ਵੰਡ ਇੰਡੀਆ ਗੱਠਜੋੜ ਨਹੀਂ ਕਰ ਸਕਿਆ।
ਚੰਡੀਗੜ੍ਹ ਦੀ ਇੱਕੋ ਇੱਕ ਲੋਕ ਸਭਾ ਸੀਟ ਹੈ, ਉੱਥੇ ਇੰਡੀਆ ਗੱਠਜੋੜ ਕਲੀਅਰ ਹੈ ਕਿ ਕਾਂਗਰਸ ਦਾ ਕੈਂਡੀਡੇਟ ਚੋਣ ਲੜੇਗਾ, ਆਮ ਆਦਮੀ ਪਾਰਟੀ ਉਹਦਾ ਸਾਥ ਦੇਗੀ। ਪਰ ਪਿਛਲਾ 2019 ਦਾ ਜੇ ਆਪਾਂ ਅੰਕੜਾ ਦੇਖੀਏ ਤਾਂ ਆਮ ਆਦਮੀ ਪਾਰਟੀ ਤੇ ਕਾਂਗਰਸ ਦੀਆਂ ਵੋਟਾਂ ਰਲ ਕੇ ਵੀ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਕੈਂਡੀਡੇਟ MP ਬਣੇ ਸੀ ਬੀਬੀ ਕਿਰਨ ਖੇਰ, ਉਹਨਾਂ ਦੀਆਂ ਵੋਟਾਂ ਤੋਂ ਘੱਟ ਸੀ। ਪਰ ਨਗਰ ਨਿਗਮ ਦੀਆਂ ਚੋਣਾਂ 'ਚ ਜਿਸ ਤਰੀਕੇ ਆਮ ਆਦਮੀ ਪਾਰਟੀ ਨੇ ਸਭ ਤੋਂ ਵੱਧ ਕੌਂਸਲਰ ਆਪਣੇ ਜਿਤਾ ਲਏ, ਉਹ ਵੱਖਰੀ ਗੱਲ ਹੈ ਕਿ ਮੁੜ ਕੇ ਦਲ ਬਦਲੀਆਂ ਹੋ ਗਈਆਂ। ਇਹਦਾ ਮਤਲਬ ਹੈ ਕਿ ਚੰਡੀਗੜ੍ਹ ਦੇ ਵਿੱਚ ਕਾਂਗਰਸ ਤੇ ਆਮ ਆਦਮੀ ਪਾਰਟੀ ਦਾ ਗੱਠਜੋੜ ਬਿਲਕੁਲ ਸਿਰੇ ਦੀ ਬਰਾਬਰ ਦੀ ਟੱਕਰ ਭਾਰਤੀ ਜਨਤਾ ਪਾਰਟੀ ਦੇ ਸੰਭਾਵੀ ਉਮੀਦਵਾਰ ਨੂੰ ਦੇਣ ਦੇ ਵਿੱਚ ਸਮਰੱਥ ਰਹੇਗਾ। ਇਹ ਹੈਗਾ ਗੋਆ ਦੀਆਂ ਜਿਹੜੀਆਂ ਸੀਟਾਂ ਨੇ 2, ਉੱਥੇ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਗੱਠਜੋੜ ਹੈ, ਉਹ BJP ਦੇ ਕੈਂਡੀਡੇਟਾਂ ਨੂੰ ਟੱਕਰ ਦੇਣਗੇ। BJP ਦਾ ਪਲੜਾ ਉੱਥੇ ਭਾਰੀ ਸੀ, ਪਰ ਇਹ ਗੱਠਜੋੜ ਤੋਂ ਬਾਅਦ ਫਸਵੀਂ ਟੱਕਰ ਜਿਹੜੀ ਹੈ ਭਾਰਤੀ ਜਨਤਾ ਪਾਰਟੀ ਦੇ ਦੋਵਾਂ ਕੈਂਡੀਡੇਟਾਂ ਨੂੰ ਮਿਲ ਸਕਦੀ ਹੈ। ਇਹਦੇ ਤੋਂ ਬਾਅਦ ਆਪਾਂ ਚੱਲਦੇ ਹਾਂ ਤਾਮਿਲਨਾਡੂ ਦੇ ਵਿੱਚ 39 ਸੀਟਾਂ ਨੇ, ਇੱਕ ਵੱਡਾ ਸੂਬਾ ਹੈ। ਉਹਨਾਂ 39 ਸੀਟਾਂ ਦੇ ਉੱਤੇ ਕਾਂਗਰਸ ਤੇ ਉੱਥੋਂ ਦੀ ਸੱਤਾਧਾਰੀ DMK, ਜਿਹਦਾ ਮੁੱਖ ਮੰਤਰੀ ਸਟਾਲਿਨ ਹੈ, ਪ੍ਰਧਾਨ ਵੀ ਸਟਾਲਿਨ ਹੈ, ਉਹਨਾਂ ਦਾ ਆਪਸ ਦੇ ਵਿੱਚ ਗੱਠਜੋੜ ਹੈ। ਸੀਟਾਂ ਦੀ ਵੰਡ ਅਜੇ ਹੋਣੀ ਹੈ, ਪਰ ਉਹਨਾਂ 39 ਸੀਟਾਂ ਦੇ ਵਿੱਚੋਂ ਬਹੁਤੀਆਂ ਸੀਟਾਂ ਉਮੀਦ ਹੈ ਕਿ ਇੰਡੀਆ ਗੱਠਜੋੜ ਦੇ ਹਿੱਸੇ ਦੇ ਵਿੱਚ ਆ ਸਕਦੀਆਂ। ਵੈਸੇ ਵੀ BJP ਦਾ ਉੱਥੇ ਇੰਨਾ DMK ਦੇ ਨਾਲ ਗੱਠਜੋੜ ਟੁੱਟ ਚੁੱਕਾ, ਸੋ ਇੰਡੀਆ ਗੱਠਜੋੜ ਨੂੰ ਜੇ ਸਭ ਤੋਂ ਵੱਡੀ ਪ੍ਰਾਪਤੀ ਹੋ ਸਕਦੀ ਹੈ ਤਾਂ ਤਾਮਿਲਨਾਡੂ ਤੋਂ ਹੋ ਸਕਦੀ ਹੈ। ਫਿਰ ਆਪਾਂ ਚੱਲਦੇ ਹਾਂ ਮਹਾਰਾਸ਼ਟਰ ਦੇ ਵੱਲ। ਮਹਾਰਾਸ਼ਟਰ ਦੇ ਵਿੱਚ ਵੈਸੇ ਤਾਂ ਜੇ ਆਪਾਂ ਦੇਖੀਏ ਸ਼ਿਵ ਸੈਨਾ, ਉਧਵ ਠਾਕਰੇ ਵਾਲੀ ਨੈਸ਼ਨਲਿਸਟ ਕਾਂਗਰਸ ਪਾਰਟੀ, ਜਿਹੜਾ ਨਾਂ ਹੁਣ ਬਦਲ ਕੇ ਰੱਖਿਆ ਜਾ ਚੁੱਕਾ ਸ਼ਰਦ ਪਵਾਰ ਵਾਲੀ ਪਾਰਟੀ, ਉਹਦਾ ਕਾਂਗਰਸ ਦੇ ਨਾਲ ਗੱਠਜੋੜ ਹੈ। ਖੱਬੇ ਪੱਖੀ ਧਿਰਾਂ ਵੀ ਇਹਨਾਂ ਦੇ ਨਾਲ ਆ ਜਾਣਗੀਆਂ, ਕੋਈ ਵੱਡੀ ਗੱਲ ਨਹੀਂ। ਪਰ ਸਵਾਲ ਇਹ ਪੈਦਾ ਹੁੰਦਾ ਕਿ ਕੀ ਇੰਡੀਆ ਗੱਠਜੋੜ ਨੂੰ ਟੱਕਰ ਦੇ ਸਕਣਗੀਆਂ? ਕਦੇ ਧਿਰਾਂ ਬਹੁਤ ਪ੍ਰਭਾਵਸ਼ਾਲੀ ਸੀ, ਕੁਝ ਮਹੀਨੇ ਪਹਿਲਾਂ ਤੱਕ ਇਹਨਾਂ ਦੀ ਮਹਾਰਾਸ਼ਟਰ ਦੇ ਵਿੱਚ ਸਰਕਾਰ ਵੀ ਸੀ, ਪਰ ਸ਼ਿਵ ਸੈਨਾ ਦੀ ਜਾਨ ਉਹਨਾਂ ਨੇ ਏਕਨਾਥ ਸ਼ਿੰਦੇ ਨੂੰ ਤੋੜ ਕੇ ਕੱਢ ਲਈ, ਉਹਨੂੰ ਮੁੱਖ ਮੰਤਰੀ ਬਣਾਤਾ BJP ਨੇ। ਉਧਰਲੇ ਪਾਸੇ ਸ਼ਰਦ ਪਵਾਰ ਦੀਆਂ ਲੱਤਾਂ ਦਾ ਭਾਰ ਇਸ ਕਰਕੇ ਨਹੀਂ ਚੱਲਦੀਆਂ ਕਿਉਂਕਿ ਉਹਦਾ ਭਤੀਜਾ ਅਜੀਤ ਪਵਾਰ ਤੇ ਉਹਦੇ ਬਹੁਤੇ MLA ਵੀ ਤੋੜ ਲਏ। ਕੀ ਹੁਣ ਏਡੀਆਂ ਵੱਡੀਆਂ ਸੱਟਾਂ ਤੋਂ ਬਾਅਦ ਸ਼ਰਦ ਪਵਾਰ ਤੇ ਉਧਵ ਠਾਕਰੇ ਇਸ ਕੱਦ ਦੇ, ਇਸ ਸਿਆਸੀ ਤਾਕਤ ਦੇ ਲੀਡਰ ਰਹੇ ਨੇ ਕਿ ਉਹ ਭਾਰਤੀ ਜਨਤਾ ਪਾਰਟੀ, ਏਕਨਾਥ ਸ਼ਿੰਦੇ, ਅਜੀਤ ਪਵਾਰ, ਇਹਨਾਂ ਸਾਰਿਆਂ ਦੀ ਤਿੱਕੜੀ ਨੂੰ ਉੱਥੇ ਟੱਕਰ ਦੇ ਸਕਣ? ਇਹ ਵੱਡਾ ਸਵਾਲ ਹੈ। ਤੇ ਜੇ ਕਿਉਂਕਿ ਉੱਥੇ ਸੀਟਾਂ ਬਹੁਤ ਨੇ, 48 ਮਹਾਰਾਸ਼ਟਰ ਭਾਰਤ ਦੇ ਵਿੱਚ ਉੱਤਰ ਪ੍ਰਦੇਸ਼ ਤੋਂ ਬਾਅਦ ਸਭ ਤੋਂ ਵੱਧ ਲੋਕ ਸਭਾ ਸੀਟਾਂ ਵਾਲਾ ਸੂਬਾ, ਤੇ BJP ਇਹ ਗੱਲ ਚੰਗੀ ਤਰੀਕੇ ਜਾਣਦੀ ਸੀ। ਇਸੇ ਕਰਕੇ ਅਜੀਤ ਪਵਾਰ ਤੇ ਏਕਨਾਥ ਸ਼ਿੰਦੇ ਦੇ ਰਾਹੀਂ ਉਹਨਾਂ ਨੇ ਅਗਾੜੀ ਗੱਠਜੋੜ ਨੂੰ, ਅਗਾੜੀ ਗੱਠਜੋੜ ਕਹਿੰਦੇ ਆ ਮਰਾਠੀ ਦੇ ਵਿੱਚ, ਉਸ ਗੱਠਜੋੜ ਦੀ ਜਾਨ ਕੱਢਣ ਦੇ ਵਿੱਚ ਸਫਲਤਾ ਹਾਸਲ ਕੀਤੀ ਹੈ। ਇਹ ਗੱਲ ਤਾਂ ਮੰਨਣੀ ਪਊ। ਸੋ ਇਹ ਸਾਰੇ ਸੂਬੇ ਬਿਹਾਰ, ਝਾਰਖੰਡ, ਛੱਤੀਸਗੜ੍ਹ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਗੋਆ, ਚੰਡੀਗੜ੍ਹ, ਇਹਦੇ ਤੋਂ ਬਾਅਦ ਤਾਮਿਲਨਾਡੂ, ਆਪਾਂ ਇਹਨਾਂ ਸਾਰਿਆਂ ਦੀ ਗੱਲਬਾਤ ਜਿਹੜੀ ਉਹ ਦੇਖੀ ਹੈ। ਫਿਰ ਮੈਂ ਦੱਸਦਿਆਂ ਕਿ ਇੰਡੀਆ ਗੱਠਜੋੜ 296 ਸੀਟਾਂ ਤੇ ਸਾਂਝੇ ਉਮੀਦਵਾਰ ਖੜੇ ਕਰਨ ਦੇ ਵਿੱਚ ਕਾਮਯਾਬ ਰਹੂਗਾ, ਪਰ ਫਿਰ ਵੀ ਇਹ ਵੱਧ ਥਾਵਾਂ ਦੇ ਉੱਤੇ ਟੱਕਰ ਦੇ ਸਕਦੇ ਸੀ। ਕਈ ਜਗ੍ਹਾ ਦੇ ਉੱਤੇ ਇੰਡੀਆ ਗੱਠਜੋੜ ਆਪਣੀ ਲੜਾਈ ਦੇ ਕਰਕੇ, ਆਪਣੀ ਕਲਾ ਦੇ ਕਰਕੇ, ਆਪਣੇ ਕਲੇਸ਼ ਦੇ ਕਰਕੇ ਵੀ ਭਾਰਤੀ ਜਨਤਾ ਪਾਰਟੀ ਨੂੰ ਥਾਲੀ ਪਰੋਸ ਕੇ ਦੇਣ ਲਈ ਤਿਆਰ ਜਾਪਦਾ। ਤੇ ਹੁਣ ਚੱਲਦੇ ਹਾਂ ਕੂਣੀ ਮੋੜ। ਭਾਰਤ ਦੀ ਰਾਜਨੀਤੀ ਦੇ ਵਿੱਚ ਕੂਣੀ ਮੋੜ ਕਿੱਥੋਂ ਆਇਆ? ਮੈਂ ਬਾਰ-ਬਾਰ ਇਹ ਗੱਲ ਕਹਿ ਚੁੱਕਿਆ ਕਿ ਆਉਣ ਵਾਲੀ ਸਰਕਾਰ ਨਿਰਭਰ ਕਰੇਗੀ ਭਾਜਪਾ ਵਿਰੋਧੀ ਧਿਰਾਂ ਦੀ ਏਕਤਾ ਦੇ ਉੱਤੇ। ਕੁੱਲ 543 ਸੀਟਾਂ, ਜਿਹੜੀ ਧਿਰ 272 ਲੋਕ ਸਭਾ ਦੀਆਂ ਸੀਟਾਂ ਜਿੱਤੂ ਸਰਕਾਰ ਉਹਦੀ ਬਣਨੀ ਹੈ, ਤੇ 296 ਸੀਟਾਂ ਦੇ ਉੱਤੇ ਇੰਡੀਆ ਗੱਠਜੋੜ ਨੇ ਆਪਣੀ ਏਕਤਾ ਕਰ ਲਈ ਹੈ। ਪਰ ਇਹਦੇ ਬਾਵਜੂਦ ਵੀ 250 ਦੇ ਕਰੀਬ ਸੀਟਾਂ ਐਸੀਆਂ ਨੇ, 247 ਸੀਟਾਂ, ਜਿੱਥੇ ਇੰਡੀਆ ਗੱਠਜੋੜ ਦਾ ਆਪਸ ਦੇ ਵਿੱਚ ਤਾਲਮੇਲ ਨਹੀਂ ਹੋ ਸਕਿਆ। ਤੇ ਇਹੀ 247 ਲੋਕ ਸਭਾ ਦੀਆਂ ਸੀਟਾਂ ਜਿੱਥੇ ਵਿਰੋਧੀ ਧਿਰ ਖਿੰਡਰੀ ਹੈ, ਪੁੰਡਰੀ ਹੈ, ਖੱਖੜੀਆਂ ਕਰੇਲੇ ਹੈ, ਤੀਲਾ ਹੈ, ਉਸ 247 ਸੀਟਾਂ ਕਰਕੇ ਭਾਰਤੀ ਜਨਤਾ ਪਾਰਟੀ ਵਾਲੇ ਰੋਜ਼ ਲੱਡੂ ਖਾ ਲੈਂਦੇ ਆ ਚਾਹ ਨਾਲ। ਹੁਣ 82 ਲੋਕ ਸਭਾ ਦੀਆਂ ਸੀਟਾਂ ਐਸੀਆਂ ਨੇ ਜਿੱਥੇ ਇੰਡੀਆ ਗੱਠਜੋੜ ਹੁੰਦਾ ਰਹਿ ਗਿਆ ਅਜੇ ਤੱਕ। ਭਲਕ ਨੂੰ ਗੱਲ ਬਣ ਜਾਏ ਉਹ ਵੱਖਰੀ ਗੱਲ ਹੈ। ਜੇ ਇਹ 82 ਸੀਟਾਂ ਦੇ ਉੱਤੇ ਇੰਡੀਆ ਗੱਠਜੋੜ ਵਾਲੇ ਕਿਤੇ ਇਕਮੁੱਠ ਹੋ ਜਾਂਦੇ ਤਾਂ ਫਿਰ 296 ਨਹੀਂ 374 ਸੀਟਾਂ ਦੇ ਉੱਤੇ ਭਾਰਤੀ ਜਨਤਾ ਪਾਰਟੀ ਨੂੰ ਸਾਂਝੀ ਟੱਕਰ ਮਿਲਣੀ ਸੀ। ਫਿਰ ਬਹੁਤ ਥੋੜ੍ਹੀਆਂ ਸੀਟਾਂ ਐਸੀਆਂ ਰਹਿ ਜਾਣੀਆਂ ਸੀ ਕਿਉਂਕਿ 400 ਸੀਟਾਂ ਦਾ ਪਲਾਨ ਸੀ ਇਹਨਾਂ ਦਾ। ਹੁਣ 296 ਤੇ ਇਕਜੁੱਟ ਨੇ, ਫਿਰ 374 ਤੇ ਇਕਜੁੱਟ ਹੋਣੇ ਸੀ, ਫਿਰ ਕਹਾਣੀ ਕੁਛ ਹੋਰ ਹੋਣੀ ਸੀ। ਫਿਰ 374 ਦੇ ਵਿੱਚੋਂ ਜੇ 102 ਸੀਟਾਂ ਹਾਰ ਵੀ ਜਾਂਦੇ, 272 ਤੇ ਬਹੁਮਤ ਸੀ। ਵੈਸੇ ਹੀ ਖੁਸ਼ ਕਰਦੇ ਨੇ ਵਿਰੋਧੀ ਧਿਰ ਨੂੰ, ਇੰਡੀਆ ਗੱਠਜੋੜ ਨੂੰ। ਉਹ ਕਿਹੜੇ-ਕਿਹੜੇ ਸੂਬੇ ਨੇ ਜਿੱਥੇ ਗੱਠਜੋੜ ਨਹੀਂ ਹੋ ਸਕਿਆ ਜਾਂ ਜਿੱਥੇ ਗੱਠਜੋੜ ਹੁੰਦਾ ਰਹਿ ਗਿਆ,
ਜਾਂ ਉਹਨਾਂ ਸੂਬਿਆਂ ਦੇ ਵਿੱਚ ਜੇ ਗੱਠਜੋੜ ਨਾ ਹੋਇਆ ਤਾਂ ਭਾਰਤੀ ਜਨਤਾ ਪਾਰਟੀ ਨੂੰ ਫਾਇਦਾ ਹੋ ਸਕਦਾ। ਸਭ ਤੋਂ ਪਹਿਲਾਂ ਚੱਲਦੇ ਹਾਂ ਪੱਛਮੀ ਬੰਗਾਲ। ਬੀਬੀ ਮਮਤਾ ਬੈਨਰਜੀ, ਤ੍ਰਿਣਮੂਲ ਕਾਂਗਰਸ, ਖੱਬੇ ਪੱਖੀ ਕਾਂਗਰਸ, ਉਹ ਸਾਰਿਆਂ ਦੀ ਗੱਲ। ਪਿਛਲੀ ਵਾਰ 42 ਸੀਟਾਂ ਵਾਲੇ ਇਸ ਸੂਬੇ ਦੇ ਵਿੱਚ 42 ਸੀਟਸ ਨੇ ਇੱਥੇ 42, ਤੇ ਪਿਛਲੀ ਵਾਰ ਉੱਥੋਂ 22 ਸੀਟਾਂ ਤ੍ਰਿਣਮੂਲ ਕਾਂਗਰਸ ਜਿੱਤੀ ਸੀ, 18 ਜਿੱਤੀ ਸੀ ਭਾਜਪਾ, ਤੇ 2 ਸੀਟਾਂ ਕਾਂਗਰਸ ਨੂੰ ਮਿਲੀਆਂ ਸੀ। ਖੱਬੇ ਪੱਖੀਆਂ ਦੇ ਹੱਥ ਖਾਲੀ ਰਹਿ ਗਿਆ ਸੀ ਉਦੋਂ। ਤੇ ਪਿਛਲੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਵੀ ਤ੍ਰਿਣਮੂਲ ਕਾਂਗਰਸ ਜਿੱਤ ਗਈ। ਜਾਣੀ ਭਾਰਤੀ ਜਨਤਾ ਪਾਰਟੀ ਨੇ ਪਿਛਲੇ 10 ਸਾਲਾਂ ਦੇ ਵਿੱਚ ਪੱਛਮੀ ਬੰਗਾਲ 'ਚ ਤਰੱਕੀ ਬੜੀ ਕੀਤੀ। ਉਹ ਕਾਂਗਰਸ ਨੂੰ ਪਿੱਛੇ ਛੱਡ ਗਈ। ਉਹ ਖੱਬੇ ਪੱਖੀ ਜਿਨ੍ਹਾਂ ਨੇ ਜੋਤੀ ਬਾਸੂ ਦੀ ਅਗਵਾਈ ਦੇ ਵਿੱਚ ਦਹਾਕਿਆਂ ਤੱਕ ਉੱਥੇ ਸਰਕਾਰ ਚਲਾਈ, ਉਹਨਾਂ ਨੂੰ ਵੀ ਪਿੱਛੇ ਛੱਡ ਗਈ ਤੇ ਤ੍ਰਿਣਮੂਲ ਕਾਂਗਰਸ ਦੇ ਮੋਢਿਆਂ ਤੇ ਚੜ੍ਹਨ ਨੂੰ ਫਿਰਦੀ ਹੈ। ਉੱਥੇ ਬਹੁਤੀ ਸੰਭਾਵਨਾ ਕੀ ਸੀ ਕਿ ਇੰਡੀਆ ਗੱਠਜੋੜ ਦੇ ਵਿੱਚ ਉੱਥੇ 3 ਹਿੱਸੇਦਾਰ ਨੇ, ਮਮਤਾ ਬੈਨਰਜੀ, ਤ੍ਰਿਣਮੂਲ ਕਾਂਗਰਸ, ਕਾਂਗਰਸ ਤੇ ਖੱਬੇ ਪੱਖੀ, ਤਿੰਨੋਂ ਇੰਡੀਆ ਗੱਠਜੋੜ 'ਚ ਨੇ। ਤੇ ਜੇ ਇਹ ਤਿੰਨੋਂ ਇਕੱਠੇ ਹੋ ਕੇ ਉੱਥੇ ਚੋਣਾਂ ਲੜਦੇ, ਸੀਟਾਂ ਆਪਸ ਵਿੱਚ ਵੰਡ ਲੈਂਦੇ, ਤਾਂ 30, 32, 33 ਸੀਟਾਂ 42 ਦੇ ਵਿੱਚੋਂ ਕਿਤੇ ਨਹੀਂ ਸੀ ਗਈਆਂ। ਪਿਛਲੀ ਵਾਰੀ ਇਹਨਾਂ ਨੂੰ 24 ਮਿਲੀਆਂ ਸੀ, 2 ਕਾਂਗਰਸ ਦੀਆਂ, ਉਹ ਅੱਡ ਲੜੀ ਸੀ, ਤੇ 22 ਤ੍ਰਿਣਮੂਲ ਕਾਂਗਰਸ ਦੀਆਂ। ਤੇ ਜੇ 22 ਤੋਂ ਵੱਧ ਕੇ 24 ਤੋਂ ਵੱਧ ਕੇ 34 ਹੋ ਜਾਂਦੇ, 33 ਹੋ ਜਾਂਦੇ, ਤਾਂ 10 ਸੀਟਾਂ ਦਾ ਫਰਕ ਕਿੱਥੇ ਜਾਂਦਾ। ਪਰ ਆਖਰੀ ਮੌਕੇ ਤੇ ਜਾ ਕੇ ਜਿਵੇਂ ਆਸਾਰ ਸੀ, ਹੁਣ ਝਗੜਾ ਵੱਧ ਗਿਆ। ਮਮਤਾ ਬੈਨਰਜੀ ਨੇ ਕਹਿ ਦਿੱਤਾ ਕਿ ਮੈਂ ਤਾਂ ਸਾਰੀਆਂ ਸੀਟਾਂ ਤੇ ਆਪ ਚੋਣ ਲੜੂੰ। ਉਹਨਾਂ ਨੇ ਕਾਂਗਰਸ ਨੂੰ ਆਫਰ ਦਿੱਤਾ ਸੀ ਕਿ 42 ਸੀਟਾਂ ਨੇ, 2 ਤੇ ਤੁਸੀਂ ਲੜ ਲਓ, 40 ਤੇ ਅਸੀਂ ਲੜਾਂਗੇ, ਖੱਬੇ ਪੱਖੀਆਂ ਨੂੰ ਅਸੀਂ ਸੀਟ ਕੋਈ ਨਹੀਂ ਦੇਣੀ, ਤੁਸੀਂ ਆਪਣੀਆਂ 2 ਦੇ ਵਿੱਚੋਂ 1 ਸੀਟ ਦੇਣੀ ਆ ਤਾਂ ਦੇ ਲਓ। ਕਾਂਗਰਸ ਪਾਰਟੀ ਦੇ ਸੂਬਾ ਪ੍ਰਧਾਨ ਅਧੀਰ ਰੰਜਨ ਚੌਧਰੀ, ਉਹ ਮਮਤਾ ਬੈਨਰਜੀ ਦੇ ਦੁਆਲੇ ਹੋ ਗਏ। ਮਮਤਾ ਬੈਨਰਜੀ ਨੇ ਕਹਿ ਦਿੱਤਾ ਕਿ ਜਿਹੜੀ ਪਾਰਟੀ ਦੇ ਵਿੱਚ ਅਧੀਰ ਰੰਜਨ ਤੂੰ ਬੈਠਾ ਹੈ, ਉਹਨੂੰ ਤਾਂ ਸਾਰੇ ਦੇਸ਼ ਦੇ ਵਿੱਚੋਂ 50 ਸੀਟਾਂ ਨਹੀਂ ਮਿਲਣੀਆਂ, 40 ਵੀ ਨਹੀਂ ਮਿਲਣੀਆਂ, ਤੁਸੀਂ ਸਾਡੇ ਤੋਂ 20 ਸੀਟਾਂ ਮੰਗੀ ਜਾਂਦੇ ਹੋ। ਜਾਣੀ ਕਿ ਨੰਬਰ 1 ਦੇ ਉੱਤੇ ਯੂਪੀ ਸੂਬਾ ਵੱਡਾ ਹੈ, ਫਿਰ ਮਹਾਰਾਸ਼ਟਰ, ਤੇ 3 ਨੰਬਰ ਦੇ ਉੱਤੇ ਪੱਛਮੀ ਬੰਗਾਲ ਆਉਂਦਾ ਹੈ। ਪਰ ਇਹਦੀਆਂ 42 ਸੀਟਾਂ ਦੇ ਉੱਤੇ ਸਹਿਮਤੀ ਇੰਡੀਆ ਗੱਠਜੋੜ ਨਹੀਂ ਬਣਾ ਸਕਿਆ। ਇਸ ਵੇਲੇ ਦੇ ਜਿਹੜੇ ਹਾਲਾਤ ਨੇ, ਜੇ ਜਿਉਂ ਦੇ ਤਿਉਂ ਰਹੇ ਤਾਂ ਉੱਥੇ ਬੀਜੇਪੀ ਦੇ ਖਿਲਾਫ 2 ਜਾਂ 3 ਕੈਂਡੀਡੇਟ ਹੋਇਆ ਕਰਨਗੇ। ਇੱਕ ਬੀਜੇਪੀ ਦਾ ਉਮੀਦਵਾਰ, ਦੂਸਰਾ ਤ੍ਰਿਣਮੂਲ ਕਾਂਗਰਸ ਦਾ ਉਮੀਦਵਾਰ, ਤੀਸਰਾ ਕਾਂਗਰਸ ਤੇ ਖੱਬੇ ਪੱਖੀਆਂ ਦਾ ਉਮੀਦਵਾਰ, ਚੌਥਾ ਉੱਥੇ ਛੋਟੀਆਂ ਪਾਰਟੀਆਂ ਹੈਗੀਆਂ। ਤਾਂ ਜੇ ਭਾਜਪਾ ਵਿਰੋਧੀ ਵੋਟਾਂ 2 ਜਾਂ 3 ਹਿੱਸਿਆਂ ਦੇ ਵਿੱਚ ਪੱਛਮੀ ਬੰਗਾਲ ਦੇ ਵਿੱਚ ਵੰਡੀਆਂ ਜਾਣਗੀਆਂ, ਤਾਂ ਫਿਰ ਫਾਇਦਾ ਕਿਹਦਾ ਹੈ? ਬੀਜੇਪੀ ਦਾ। ਇਸ ਕਰਕੇ 42 ਸੀਟਾਂ ਵਾਲਾ ਵੱਡਾ ਸੂਬਾ, ਉੱਥੇ ਇੰਡੀਆ ਗੱਠਜੋੜ ਯਤਨ ਕਰਕੇ ਵੀ ਆਪਣੀ ਹੋਂਦ ਨਹੀਂ ਕਾਇਮ ਰੱਖ ਸਕਿਆ। ਪਤਾ ਲੱਗਾ ਕਿ ਬੀਬੀ ਸੋਨੀਆ ਗਾਂਧੀ ਨੇ ਯਤਨ ਕੀਤੇ, ਉਹਨਾਂ ਨੇ ਮਮਤਾ ਬੈਨਰਜੀ ਨੂੰ ਵੀ ਸਮਝਾਉਣ ਦਾ ਯਤਨ ਕੀਤਾ, ਖੱਬੇ ਪੱਖੀਆਂ ਨੂੰ ਵੀ, ਪਰ ਸੂਤ ਨਹੀਂ ਆਇਆ। ਇਹਦੇ ਤੋਂ ਬਾਅਦ ਅਗਲਾ ਸੂਬਾ ਪੰਜਾਬ। ਹਾਲਾਂਕਿ ਉੱਥੇ ਬੀਜੇਪੀ ਵੱਡੀ ਧਿਰ ਨਹੀਂ, ਪਰ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਜਿਹੜੀਆਂ ਨੇ, ਉੱਥੇ ਵੀ ਇੰਡੀਆ ਗੱਠਜੋੜ ਦਾ ਸਮਝੌਤਾ ਨਹੀਂ ਹੋ ਸਕਿਆ। ਉੱਥੇ ਵੀ ਸੂਬਾ ਲੀਡਰਸ਼ਿਪ ਕਾਂਗਰਸ ਦੀ ਵੀ ਤੇ ਆਮ ਆਦਮੀ ਪਾਰਟੀ ਦੀ ਵੀ, ਉਹ ਵਿਰੋਧ ਦੇ ਵਿੱਚ ਖੜ ਗਈ। ਬਾਕੀ ਸਾਰੇ ਦੇਸ਼ ਦੇ ਵਿੱਚ ਕਾਂਗਰਸ ਤੇ ਆਮ ਆਦਮੀ ਪਾਰਟੀ ਦਾ ਸਮਝੌਤਾ, ਪਰ ਪੰਜਾਬ ਦੇ ਵਿੱਚ ਇੱਕ ਦੂਜੇ ਦੇ ਖਿਲਾਫ ਲੜਨਗੀਆਂ। ਤੇ ਜੇ ਭਲਕ ਨੂੰ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਇੱਕ ਹੁੰਦੇ ਆ, ਤੇ 13 ਦੇ ਵਿੱਚੋਂ ਘੱਟੋ ਘੱਟ 5-6 ਲੋਕ ਸਭਾ ਦੀਆਂ ਸੀਟਾਂ ਐਸੀਆਂ ਹੋਣਗੀਆਂ ਜਿੱਥੇ ਇਹਨਾਂ ਨੂੰ ਬਰਾਬਰ ਦੀ ਟੱਕਰ ਮਿਲੂ, ਜਿੱਥੇ ਇਹਨਾਂ ਦੇ ਮੋਢਿਆਂ ਤੇ ਚੜ੍ਹ ਜਾਊਗਾ ਗੱਠਜੋੜ ਆ ਕੇ। ਤੇ ਜੇ ਆਪਾਂ 2019 ਦੀਆਂ ਲੋਕ ਸਭਾ ਚੋਣਾਂ ਦਾ ਅੰਕੜਾ ਦੇਖੀਏ, ਤਾਂ ਉਸ ਅੰਕੜੇ ਦੇ ਵਿੱਚ ਜੇ ਕਾਂਗਰਸ ਤੇ ਆਮ ਆਦਮੀ ਪਾਰਟੀ ਇੱਕ ਹੁੰਦੇ ਤਾਂ ਬਹੁਤੀਆਂ ਸੀਟਾਂ ਦੇ ਉੱਤੇ ਹੁੰਜਾ ਫੇਰ ਸਕਦੇ ਸੀ। ਉਹ ਵੱਖਰੀ ਗੱਲ ਹੈ ਕਿ ਪੰਜਾਬ ਦੇ ਲੋਕ ਵੱਖਰੇ ਤਰੀਕੇ ਚੱਲਦੇ ਆ, ਉਹਨਾਂ ਦਾ ਮਿਜਾਜ਼ ਵੱਖਰਾ ਹੁੰਦਾ ਹੈ। ਪੰਜਾਬ ਦੇ ਲੋਕ ਕਿਸੇ ਹੋਰ ਤਰੀਕੇ ਵੋਟਾਂ ਪਾਉਂਦੇ ਆ, ਉਹਨਾਂ ਦੀ ਸੋਚ ਕਿਸੇ ਹੋਰ ਤਰੀਕੇ ਅਗਲੇ ਪਾਸੇ ਨੂੰ ਚੱਲਦੀ ਹੈ। ਪਰ ਇਹ ਗੱਠਜੋੜ ਪੰਜਾਬ ਦੇ ਵਿੱਚ ਵੀ ਨਹੀਂ ਹੋ ਸਕਿਆ, ਜਿੱਥੇ 13 ਲੋਕ ਸਭਾ ਦੀਆਂ ਸੀਟਾਂ, ਜਾਣੀ 42 ਪੱਛਮੀ ਬੰਗਾਲ ਦੀਆਂ, 13 ਪੰਜਾਬ ਦੀਆਂ, ਇਹ 55 ਲੋਕ ਸਭਾ ਸੀਟਾਂ ਜਿੱਥੇ ਇੰਡੀਆ ਗੱਠਜੋੜ ਦੇ ਹਾਂਢੀ ਹੈਗੇ ਆ, ਚੰਗੀ ਪੋਜੀਸ਼ਨ 'ਚ ਵੀ ਨੇ, ਪਰ ਉਹ ਗੱਠਜੋੜ ਨਾ ਕਰ ਸਕਣ ਦੇ ਕਰਕੇ ਕਿਤੇ ਨਾ ਕਿਤੇ ਨੁਕਸਾਨ 'ਚ ਜਾਣਗੇ। ਫਿਰ ਆਪਾਂ ਚੱਲਦੇ ਹਾਂ ਕੇਰਲ। ਕੇਰਲ ਸੂਬਾ ਇੰਪੋਰਟੈਂਟ ਹੈ, 20 ਲੋਕ ਸਭਾ ਦੀਆਂ ਸੀਟਾਂ ਨੇ ਉੱਥੇ। ਉੱਥੇ ਵੀ ਪੰਜਾਬ ਵਾਲੇ ਹਾਲਾਤ ਨੇ, ਉੱਥੇ ਵੀ ਭਾਰਤੀ ਜਨਤਾ ਪਾਰਟੀ ਬਹੁਤੀ ਤਕੜੀ ਪੋਜੀਸ਼ਨ ਦੇ ਵਿੱਚ ਨਹੀਂ। ਉੱਥੇ ਵੀ ਨੰਬਰ 1 ਤੇ ਕਾਂਗਰਸ ਹੈ, ਨੰਬਰ 1 ਤੇ ਖੱਬੇ ਪੱਖੀ ਨੇ, ਨੰਬਰ 2 ਤੇ ਕਾਂਗਰਸ ਹੈ, ਨੰਬਰ 3 ਦੇ ਉੱਤੇ ਹੈ ਭਾਰਤੀ ਜਨਤਾ ਪਾਰਟੀ। ਪਰ ਉੱਥੇ ਵੀ ਹਾਲ ਦੀ ਘੜੀ ਕੋਈ ਸੰਭਾਵਨਾ ਨਹੀਂ ਜਾਪਦੀ ਕਿ ਖੱਬੇ ਪੱਖੀ ਤੇ ਕਾਂਗਰਸ ਵਾਲੇ ਸਮਝੌਤਾ ਕਰਕੇ ਚੱਲਣ। ਉੱਥੇ ਵੀ ਲੱਗਦਾ ਕਿ ਇੰਡੀਆ ਗੱਠਜੋੜ ਤੇ ਹਾਂਢੀ ਅੱਡੋ ਅੱਡ ਚੋਣ ਲੜਨਗੇ। ਭਾਰਤੀ ਜਨਤਾ ਪਾਰਟੀ ਬਹੁਤੀ ਤਾਕਤਵਰ ਨਹੀਂ, ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ, ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਸਾਹਿਬ, ਉਹਨਾਂ ਨੇ ਆਪਣੇ ਵੱਲੋਂ ਜ਼ੋਰ ਪੂਰਾ ਲਾਇਆ ਕਿ ਐਤਕੀ ਕੇਰਲਾ ਦੇ ਵਿੱਚੋਂ ਆਪਾਂ ਖਾਤਾ ਖੋਲੀਏ ਜ਼ਰੂਰ। ਤੇ ਜੇ ਉੱਥੇ ਇੰਡੀਆ ਗੱਠਜੋੜ ਦੇ ਹਾਂਢੀ ਰਲ ਕੇ ਲੜਦੇ ਤਾਂ 20 ਦੀਆਂ 20 ਸੀਟਾਂ ਕਿਤੇ ਵੀ ਨਹੀਂ ਸੀ ਗਈਆਂ। ਐਤਕੀ ਹੋ ਸਕਦਾ ਫਿਰ 2-3 ਸੀਟਾਂ ਜਿਹੜੀਆਂ ਨੇ ਉੱਥੋਂ ਇਹਨਾਂ ਨੂੰ ਟੱਕਰ ਵੀ ਕੁਝ ਹੱਦ ਤੱਕ ਮਿਲ ਸਕੇ। ਆਖਰੀ ਗੱਲ ਜੰਮੂ ਅਤੇ ਕਸ਼ਮੀਰ ਦੀ। ਹੁਣ ਤਾਂ ਵੈਸੇ
2 ਟੋਟੇ ਹੋ ਚੁੱਕੇ ਨੇ। ਪਹਿਲਾਂ ਸੀਟਾਂ 6 ਹੁੰਦੀਆਂ ਸੀ, ਹੁਣ ਕਹਿੰਦੇ 7 ਹੋਣੀਆਂ। ਹੁੰਦੀਆਂ ਕਿ ਨਹੀਂ ਹੁੰਦੀਆਂ ਦੇਖਦੇ ਹਾਂ। ਉੱਥੇ ਇੰਡੀਆ ਗੱਠਜੋੜ ਦੇ 3 ਹਾਂਡੀ ਨੇ, ਕਾਂਗਰਸ, ਉਮਰ ਅਬਦੁੱਲਾ ਤੇ ਫਾਰੂਕ ਅਬਦੁੱਲਾ ਦੀ ਨੈਸ਼ਨਲ ਕਾਨਫਰੰਸ ਤੇ ਮਹਿਬੂਬਾ ਮੁਫਤੀ ਦੀ ਪਾਰਟੀ ਪੀਪਲਜ਼ ਡੈਮੋਕ੍ਰੈਟਿਕ ਪਾਰਟੀ PDP, ਜਿਹਨੇ ਕਦੇ ਭਾਰਤੀ ਜਨਤਾ ਪਾਰਟੀ ਦੇ ਨਾਲ ਸਾਂਝੀ ਸਰਕਾਰ ਵੀ ਜੰਮੂ ਕਸ਼ਮੀਰ ਸੂਬੇ ਚਲਾਈ ਸੀ ਧਾਰਾ 370 ਟੁੱਟਣ ਤੋਂ ਪਹਿਲਾਂ। ਇਹ ਤਿੰਨੋਂ ਇੱਕ ਮੁੱਠ ਨੇ, ਪਰ 6-7 ਸੀਟਾਂ ਹੀ ਨਹੀਂ ਇਹਨਾਂ ਤੋਂ ਅਜੇ ਤੱਕ ਵੰਡੀਆਂ ਗਈਆਂ। ਸੀਟਾਂ ਨਹੀਂ ਵੰਡੀਆਂ ਗਈਆਂ ਅਜੇ ਤੱਕ। ਸਾਜੇ 6 ਸੀਟਾਂ 2-2 ਲੈ ਲਓ, ਪਰੇ ਹੋਵੋ ਨਾ, ਇੱਕ ਦੂਜੇ ਦੇ ਖਿਲਾਫ ਬੋਲੀ ਜਾਂਦੇ ਆ। ਫਾਰੂਕ ਅਬਦੁੱਲਾ ਨੇ ਤਾਂ ਪਿਛਲੇ ਦਿਨਾਂ 'ਚ ਇਹ ਕਹਿਤਾ ਸੀ ਕਿ ਜੇ ਬਹੁਤੀ ਦੇਰ ਨਾ ਤੁਸੀਂ ਲਾਈ ਤਾਂ ਇੱਥੇ ਇੰਡੀਆ ਗੱਠਜੋੜ ਵਰਗਾ ਇੱਕ ਹੋਰ ਗੱਠਜੋੜ ਦੇਸ਼ ਦੇ ਵਿੱਚ ਖੜਾ ਹੋ ਜਾਊਗਾ। ਉੱਥੇ ਦੀਆਂ 6-7 ਸੀਟਾਂ ਤੇ ਜੇ ਕਾਂਗਰਸ, PDP ਤੇ ਨੈਸ਼ਨਲ ਕਾਨਫਰੰਸ ਇਕੱਠੇ ਹੋ ਕੇ ਲੜਦੇ ਆ ਤਾਂ ਮੈਨੂੰ ਲੱਗਦਾ ਕਿ ਸਾਰੀਆਂ ਸੀਟਾਂ ਦੇ ਉੱਤੇ ਭਾਰਤੀ ਜਨਤਾ ਪਾਰਟੀ ਦੇ ਲਈ ਮੁਸ਼ਕਲ ਖੜੀ ਹੋ ਜਾਊਗੀ। ਸੋ ਇਸ ਵੇਲੇ ਦੇ ਹਾਲਾਤ ਇਹ ਨੇ। ਇਹਨਾਂ ਹਾਲਾਤਾਂ ਦੇ ਵਿੱਚ ਮੈਂ ਇੱਕ ਵਾਰ ਫੇਰ ਦੱਸ ਦਿਆਂ ਕਿ ਇੰਡੀਆ ਗੱਠਜੋੜ ਕਦੇ ਬੜੀ ਤੇਜ਼ ਗਤੀ ਦੇ ਨਾਲ ਚੱਲਿਆ ਸੀ BJP ਨੂੰ ਟੱਕਰ ਦੇਣ, ਫਿਰ ਨਿਤਿਸ਼ ਕੁਮਾਰ ਤੇ ਜਯੰਤ ਚੌਧਰੀ ਦੇ ਪਲਟੇ ਨੇ ਥੋੜ੍ਹਾ ਜਿਹਾ ਨੁਕਸਾਨ ਕਰ ਦਿੱਤਾ, ਰਫ਼ਤਾਰ ਬਿਲਕੁਲ ਮੱਠੀ ਹੋ ਗਈ। ਪਰ ਉਹਦੇ ਤੋਂ ਬਾਅਦ ਹੁਣ ਪਿਛਲੇ 15 ਦਿਨਾਂ ਤੋਂ 2 ਹਫ਼ਤਿਆਂ ਤੋਂ ਇਹਨਾਂ ਨੇ ਰਫ਼ਤਾਰ ਦੁਬਾਰਾ ਫੜੀ ਹੈ। ਕੁੱਲ 543 ਲੋਕ ਸਭਾ ਦੀਆਂ ਸੀਟਾਂ ਨੇ। ਜਿਹੜੀ ਸਿਆਸੀ ਧਿਰ 272 ਸੀਟਾਂ ਜਿੱਤੂ, ਉਹਦੀ ਭਾਰਤ ਦੇ ਵਿੱਚ ਅਗਲੇ 5 ਸਾਲ ਸਰਕਾਰ ਰਹੂ, ਪ੍ਰਧਾਨ ਮੰਤਰੀ ਦੀ ਕੁਰਸੀ ਤੇ ਫਿਰ ਉਸ ਧਿਰ ਦਾ ਨੇਤਾ ਬੈਠੂ। ਤੇ ਅਜੇ ਤੱਕ 543 ਦੇ ਵਿੱਚੋਂ 296 ਲੋਕ ਸਭਾ ਸੀਟਾਂ ਤੇ ਇੰਡੀਆ ਗੱਠਜੋੜ ਸਹਿਮਤੀ ਦੇ ਨਾਲ BJP ਦੇ ਖਿਲਾਫ ਸਾਂਝਾ ਉਮੀਦਵਾਰ ਖੜਾ ਕਰੇਗਾ। 82 ਸੀਟਾਂ ਤੇ ਇਹ ਸਾਂਝ ਪਾ ਸਕਦੇ ਸੀ, ਪਰ ਆਪਸੀ ਲੜਾਈ ਦੇ ਕਰਕੇ ਇਹ ਸਾਂਝ ਨਹੀਂ ਪਾ ਸਕੇ। ਜੇ ਉਹ 82 ਸੀਟਾਂ ਤੇ ਸਾਂਝ ਪੈ ਜਾਂਦੀ ਤਾਂ ਫਿਰ 543 ਦੇ ਵਿੱਚੋਂ 374 ਸੀਟਾਂ ਤੇ BJP ਦੇ ਖਿਲਾਫ ਸਾਂਝੇ ਉਮੀਦਵਾਰ ਹੋਣੇ ਸੀ। 165 ਲੋਕ ਸਭਾ ਦੀਆਂ ਸੀਟਾਂ ਐਸੀਆਂ ਨੇ ਜਿੱਥੇ ਇੰਡੀਆ ਗੱਠਜੋੜ ਦੀ ਹੋਂਦ ਨਹੀਂ, ਜਿੱਥੇ ਇੰਡੀਆ ਗੱਠਜੋੜ ਦੀ ਕੋਈ ਬਹੁਤੀ ਸੰਭਾਵਨਾ ਨਹੀਂ, ਜਿੱਥੇ ਇੰਡੀਆ ਗੱਠਜੋੜ ਜੇ ਹੁੰਦਾ ਵੀ ਹੈ ਤੇ ਉਹ ਬਹੁਤੀ ਟੱਕਰ ਦੇਣ ਦੇ ਸਮਰੱਥ ਨਹੀਂ। ਇਸ ਕਰਕੇ ਕਿਤੇ ਨਾ ਕਿਤੇ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੂਗਾ ਕਿ ਇੰਡੀਆ ਗੱਠਜੋੜ ਹੋਰ ਖਿਲਰਦਾ, ਕਿ ਇੰਡੀਆ ਗੱਠਜੋੜ ਦੇ ਵਿੱਚੋਂ ਜਿਸ ਤਰੀਕੇ ਭਾਰਤੀ ਜਨਤਾ ਪਾਰਟੀ ਨੇ ਭੋਰ ਕੇ ਲੀਡਰ, MLA, MP, ਸਾਬਕਾ ਮੰਤਰੀ ਆਪਣੀ ਪਾਰਟੀ ਦੇ ਵਿੱਚ ਲਿਆਉਣੇ ਸ਼ੁਰੂ ਕੀਤੇ ਆ, ਜੇ ਤਾਂ ਉਹ ਰਫ਼ਤਾਰ ਕਾਇਮ ਰਹੀ, ਜੇ ਤਾਂ ਉਹ ਸਿਲਸਿਲਾ ਇਸੇ ਤਰੀਕੇ ਚੱਲਦਾ ਰਿਹਾ ਤਾਂ ਇੰਡੀਆ ਗੱਠਜੋੜ ਦੇ ਲਈ ਥੋੜ੍ਹਾ ਜਿਹਾ ਔਖਾ ਹੋ ਜਾਏਗਾ। ਪਰ ਜੇ ਉਹ ਇਸ ਰਫ਼ਤਾਰ ਨੂੰ ਠੱਲਣ 'ਚ ਕਾਮਯਾਬ ਹੋ ਗਏ ਤਾਂ ਜਿਹੜੀਆਂ 82 ਸੀਟਾਂ ਦਾ ਮੈਂ ਜ਼ਿਕਰ ਕੀਤਾ ਕਿ ਉਹਨਾਂ ਦੇ ਉੱਤੇ ਇੰਡੀਆ ਗੱਠਜੋੜ ਹੁੰਦਾ ਰਹਿ ਗਿਆ, ਜੇ ਉਹਨਾਂ ਦੇ ਵਿੱਚੋਂ ਘੱਟੋ ਘੱਟ ਪੱਛਮੀ ਬੰਗਾਲ ਸੂਬੇ ਨੂੰ ਵੀ ਸਾਧ ਲੈਣ ਤਾਂ ਕਿਤੇ ਨਾ ਕਿਤੇ ਥੋੜ੍ਹੀ ਟੱਕਰ ਦੇ ਵਿੱਚ ਉਹ ਆ ਸਕਦੇ ਆ। ਅਜੇ ਇੰਡੀਆ ਗੱਠਜੋੜ ਦਾ ਇਹ ਵੀ ਰੌਲਾ ਹੈ, ਅਜੇ ਕੋਈ ਸਾਂਝਾ ਮੈਨੀਫੈਸਟੋ ਨਹੀਂ, ਅਜੇ ਉਹ ਇੱਕ ਵੀ ਰੈਲੀ ਨਹੀਂ ਕਰ ਸਕੇ, ਅਜੇ ਵੀ ਉਹ ਮੁੱਦਿਆਂ ਤੇ ਸਹਿਮਤੀ ਨਹੀਂ ਬਣਾ ਸਕੇ, ਅਜੇ ਤੱਕ ਉਹ ਸਾਂਝਾ ਪ੍ਰੈਸ ਨੋਟ ਤੱਕ ਜਾਰੀ ਕਰਨ ਦੀ ਤਾਕਤ ਜਿਹੜੀ ਹੈ ਉਹ ਪੈਦਾ ਨਹੀਂ ਕਰ ਸਕੇ। ਜਦਕਿ ਭਾਰਤੀ ਜਨਤਾ ਪਾਰਟੀ ਦਾ ਤਾਂ ਏਜੰਡਾ ਕਲੀਅਰ ਹੈ, ਉਹਨਾਂ ਦਾ ਤਾਂ ਸਿਸਟਮ ਕਲੀਅਰ ਹੈ। ਹਰ ਸੂਬੇ ਦੇ ਵਿੱਚ ਉਹਨਾਂ ਦੀਆਂ ਕਮੇਟੀਆਂ ਬਣ ਚੁੱਕੀਆਂ, ਕਿਹੜੇ ਮੁੱਦਿਆਂ ਤੇ ਜਾਣਾ ਹੈ ਉਹਨਾਂ ਮੁੱਦਿਆਂ ਦੇ ਉੱਤੇ ਕੰਮ ਉਹਨਾਂ ਨੇ ਕਰਨਾ ਸ਼ੁਰੂ ਕਰ ਦਿੱਤਾ। ਇਸ ਕਰਕੇ ਸਾਂਝੇ ਉਮੀਦਵਾਰਾਂ ਤੋਂ ਬਾਅਦ ਹੁਣ ਪ੍ਰਚਾਰ ਦੀ ਹਨੇਰੀ ਦਾ ਦੌਰ ਹੈ ਤੇ ਉਸ ਪ੍ਰਚਾਰ ਦੇ ਵਿੱਚ ਅਜੇ ਤੱਕ ਇੰਡੀਆ ਗੱਠਜੋੜ ਪਛੜਿਆ ਨਜ਼ਰ ਆ ਰਿਹਾ। ਰਾਹੁਲ ਗਾਂਧੀ ਭਾਰਤ ਜੋੜੋ ਨਿਆਂ ਯਾਤਰਾ ਕੀਤੀ, ਮੁੱਕਣ ਵਾਲੀ ਹੈ, ਪਰ ਅਜੇ ਤੱਕ ਲਾਲੂ ਪ੍ਰਸਾਦ ਯਾਦਵ ਦੇ ਮੁੰਡੇ ਤੋਂ ਬਿਨਾਂ ਤੇ ਥੋੜ੍ਹਾ ਜਿਹਾ ਅਖਿਲੇਸ਼ ਯਾਦਵ ਤੋਂ ਬਿਨਾਂ ਇੰਡੀਆ ਗੱਠਜੋੜ ਦੀ ਕੋਈ ਵੀ ਧਿਰ ਰਾਹੁਲ ਗਾਂਧੀ ਦੇ ਨਾਲ ਉਸ ਭਾਰਤ ਜੋੜੋ ਨਿਆਂ ਯਾਤਰਾ 'ਚ ਤੁਰੀ ਨਹੀਂ। ਇੱਥੋਂ ਹੀ ਪਤਾ ਲੱਗ ਸਕਦਾ ਕਿ ਅਜੇ ਕੰਮ ਕੱਚਾ ਤੇ ਦਿਨ ਕਿੰਨੇ ਰਹਿ ਗਏ ਆ। ਜੇ 15 ਮਾਰਚ ਤੋਂ ਪਹਿਲਾਂ ਇਲੈਕਸ਼ਨ ਅਨਾਉਂਸ ਹੋ ਜਾਂਦੀ ਹੈ ਤਾਂ ਫਿਰ ਤਾਂ ਪਹਿਲੇ ਗੇੜ ਦੀਆਂ ਵੋਟਾਂ ਪੈਣ 'ਚ ਸਿਰਫ 40-42 ਦਿਨ ਬਾਕੀ ਨੇ। ਤਾਂ ਇਹਨਾਂ 40-42 ਦਿਨਾਂ ਦੇ ਵਿੱਚ ਇੰਡੀਆ ਗੱਠਜੋੜ ਭਾਰਤ ਦੇ ਲੋਕਾਂ ਦਾ ਯਕੀਨ ਤੇ ਵਿਸ਼ਵਾਸ ਜਿੱਤਣ 'ਚ ਕਿੰਨਾ ਕਾਮਯਾਬ ਰਹੇਗਾ ਉਹਨਾਂ ਦੇ ਉੱਤੇ ਨਿਰਭਰ ਕਰਦਾ ਹੈ। ਸੋ ਅੱਜ ਦੇ ਪ੍ਰਾਈਮ ਟਾਈਮ ਦੇ ਵਿੱਚ ਅਸੀਂ ਯਤਨ ਕੀਤਾ ਹੈ ਕਿ ਦੇਸ਼ ਭਰ ਦੇ ਵਿੱਚ ਕਿੰਨੇ ਸੂਬੇ, ਕਿੰਨੀਆਂ ਸੀਟਾਂ ਜਿੱਥੇ ਇੰਡੀਆ ਗੱਠਜੋੜ BJP ਨੂੰ ਟੱਕਰ ਦੇ ਸਕਦਾ ਹੈ, ਜਿੱਥੇ ਆਪਣੀਆਂ ਗਲਤੀਆਂ ਦੇ ਕਰਕੇ ਟੱਕਰ ਤੋਂ ਥੋੜ੍ਹਾ ਜਿਹਾ ਲਾਂਭੇ ਨੇ ਤੇ ਕਿੱਥੇ ਟੱਕਰ ਬਿਲਕੁਲ ਨਹੀਂ ਹੋ ਸਕਦੀ। ਜ਼ਮੀਨੀ ਪੱਧਰ ਦੇ ਉੱਤੇ ਜੋ ਕੁਝ ਚੱਲ ਰਿਹਾ ਆਪਾਂ ਯਤਨ ਕੀਤਾ ਕਿ ਤੁਹਾਡੇ ਨਾਲ ਸਾਂਝਾ ਕਰੀਏ। ਤੁਹਾਡੀਆਂ ਟਿੱਪਣੀਆਂ ਦਾ ਹਮੇਸ਼ਾ ਦੀ ਤਰ੍ਹਾਂ ਸਵਾਗਤ ਰਹਿੰਦਾ ਹੈ। ਜੇ ਪ੍ਰੋਗਰਾਮ ਚੰਗਾ ਲੱਗਾ ਤੇ ਉਹਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ। ਸੋ ਮੈਨੂੰ ਪਰਮਜੀਤ ਸਿੰਘ ਬਾਠ ਨੂੰ ਇੱਥੇ ਦਿਓ ਆਗਿਆ। ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।